कूड़ मंडप कूड़ माड़ी कूड़ बैसन हार सब जग चलन हार सब जग चलन हार किस नाल कीचै दोस्ती सब जग चलन हार किस नाल कीचै दोस्ती सब जग चलन हार। सब जग चलन हार सब जग चलन हार किस नाल कीचै दोस्ती सब जग चलन हार किस नाल कीचै दोस्ती सब जग चलन हार सब जग चलन हार सब जग चलन हार किस नाल कीचै दोस्ती सब जग चलन हार किस नाल कीचै दोस्ती सब जग चलन हार। खप होए खार कूड़ कूड़े नेहो लगा विसरिया करतार कूड़ मियाँ कूड़ बीबी खप होए खार कूड़ कूड़े नेहो लगा विसरिया करतार सब जग चलन हार सब जग चलन हार किस नाल कीचै दोस्ती सब जग चलन हार किस नाल कीचै दोस्ती सब जग चलन हार। कूड़
ਬਾਜ ਕੂੜੋ ਕੂੜ। ਨਾਨਕ ਵਖਾਣੈ ਬੇਨਤੀ ਬੇਨਤੀ ਨਾਨਕ ਵਖਾਣੈ ਨਾਨਕ ਵਖਾਣੈ ਬੇਨਤੀ। ਤੁਧ ਬਾਜ ਕੂੜੋ ਕੂੜ। ਤੁਧ ਬਾਜ ਕੂੜੋ ਕੂੜ। ਨਾਨਕ ਵਖਾਣੈ ਬੇਨਤੀ ਤੁਧ ਬਾਜ ਕੂੜੋ ਕੂੜ। ਤੁਧ ਬਾਜ ਕੂੜੋ ਕੂੜ। ਸਭ ਜਗ ਚੱਲਨਹਾਰ ਸਭ ਜਗ ਚੱਲਨਹਾਰ। ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਨਹਾਰ। ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਨਹਾਰ। ਸਭ ਜਗ ਚੱਲਨਹਾਰ ਸਭ ਜਗ ਚੱਲਨਹਾਰ। ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਨਹਾਰ। ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਨਹਾਰ। ਸਭ ਜਗ ਚੱਲਨਹਾਰ ਸਭ ਜਗ ਚੱਲਨਹਾਰ। ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਨਹਾਰ। ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਹ ਬਖਸ਼ਿਸ਼ ਕਰ ਰਹੇ ਨੇ, ਸਮਝਾਉਣ ਦਾ ਇੱਕ ਅਲੱਗ ਤਰੀਕਾ ਹੈ ਪਾਤਸ਼ਾਹ ਦਾ। ਜਿੰਨਾ ਜਗਤ ਹੈ ਇਹ ਛਲ ਰੂਪ ਹੈ। ਜਿਵੇਂ ਮਦਾਰੀ ਦਾ ਸਾਰਾ ਤਮਾਸ਼ਾ ਛਲ ਰੂਪ ਹੁੰਦਾ ਹੈ। ਇਸ ਜਗਤ ਵਿੱਚ ਕੋਈ ਰਾਜਾ ਬਣ ਜਾਂਦਾ ਹੈ, ਕੋਈ ਲੋਕ ਪ੍ਰਜਾ ਬਣ ਜਾਂਦਾ ਹੈ। ਇਹ ਮਦਾਰੀ ਦੇ ਰੁਪਏ ਦੇ ਖੋਪੇ ਆਂਦ ਵਿਖਾਉਣ ਵਾਲਾ ਇੱਕ ਛਲ ਹੈ। ਇਹ ਜਿੰਨਾ ਜਗਤ ਰਚਿਆ ਨਾ ਮਾਲਕ ਨੇ। ਮਹਾਰਾਜ ਜੀ ਕਹਿੰਦੇ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ। ਕਿਉਂਕਿ ਕੂੜ ਇੱਥੇ ਵਿਸ਼ੇਸ਼ਣ ਨਹੀਂ ਹੈ, ਨਾਮ ਹੈ ਅਤੇ ਪੁਲਿੰਗ ਹੈ। ਇਹੀ ਕਾਰਨ ਹੈ ਕਿ ਗੁਰੂ ਸਾਹਿਬ ਨੇ ਮਾੜੀ ਸ਼ਬਦ ਵੀ ਵਰਤਿਆ, ਕਾਇਆ ਸ਼ਬਦ ਵੀ ਵਰਤਿਆ, ਬੀਬੀ ਸ਼ਬਦ ਵੀ ਵਰਤਿਆ। ਇਹ ਤਿੰਨ ਰੂਪ ਦਿੱਤੇ ਨੇ ਸ਼ਬਦ ਵਿੱਚ ਪਾਤਸ਼ਾਹ ਨੇ। ਇਹਦੇ ਤੋਂ ਭਾਵ ਬਣਦਾ ਹੈ ਕਿ ਆਦਿਕ ਇਸਤਰੀ ਲਿੰਗ ਸ਼ਬਦਾਂ ਨਾਲ ਕੂੜ ਪੁਲਿੰਗ ਵਿੱਚ ਇੱਕ ਵਚਨ ਕਰਕੇ ਵਰਤਿਆ ਜਾ ਰਿਹਾ ਹੈ। ਕਿਉਂਕਿ ਗੁਰੂ ਸਾਹਿਬ ਨੇ ਇੱਥੇ ਬੀਬੀ ਵੀ ਸ਼ਬਦ ਵਰਤਿਆ, ਫਿਰ ਮਹਾਰਾਜ ਨੇ ਕਾਇਆ ਸ਼ਬਦ ਵੀ ਵਰਤਿਆ, ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਮਾੜੀ ਸ਼ਬਦ ਵੀ ਵਰਤਿਆ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇਖੋ, ਜਗਤ ਇੱਕ ਛਲ ਰੂਪ ਵਾਂਗ ਹੈ ਤੇ ਦਿਸ ਵੀ ਰਿਹਾ ਹੈ, ਛਲ ਰੂਪ ਹੈ। ਇੱਕ ਤਮਾਸ਼ੇ ਵਾਲੀ ਖੇਡ ਰੱਬ ਨੇ ਰਚੀ ਹੋਈ ਹੈ ਸੰਗਤ ਜੀ। ਬਸ ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ। ਇੱਕ ਬਾਜੀਗਰ ਕਿੰਨੇ ਰੂਪ ਦਿਖਾਉਂਦਾ ਹੈ, ਅਸਲੀਅਤ ਵਿੱਚ ਤੇ ਉਹ ਫਿਰ ਇੱਕ ਵੈ। ਕਿੰਨੀ ਉਹਦੀ ਖੇਡ ਹੈ। ਬਾਬਾ ਰਵਿਦਾਸ ਸਾਹਿਬ ਕਹਿੰਦੇ ਆ ਨਾ, ਮਾਟੀ ਕੋ ਪੁੱਤਰਾ ਕੈਸੇ ਨਚਤ ਹੈ,
दिखे दिखे सुने बोले दौरियो फिरत है। जब कश पावे तब गर्व करत है, माया गई तब रोवन लगत है। मन बच क्रम रस कसहे लुभाना, बिनस गया जाए कहूँ समाना। कहो रविदास बाजी जग पाई, बाजी गर सो मोहे प्रीत बने। कहते परमात्मा ने छल रूप की रचिया है, ये मिट्टी दा पुतले नू एक माया दी छां लाई हुई है रब ने। लिव छुड़की लगी तृष्णा माया, अमर वरताया। जिस दिन जन्म हुंदा है ना जगत अंदर संगत जी, जिहड़ी लिव जुड़ी हुंदी है रब दे नाल, परमात्मा दे नाल, सिमरन चल रहा हुंदा है, उहदी याद जुड़ी हुंदी है। महाराज जी कहंदे बच्चा ना फिर रोंदा है, जगत विच आके ਉਹ ਵਿਰਲਾਪ ਕਰਦਾ, ਕਿਉਂਕਿ ਰੋਵੈ ਰਤਨ ਗਵਾਏ ਕੈ। ਭਾਈ ਗੁਰਦਾਸ ਸਾਹਿਬ ਕਹਿੰਦੇ ਉਹ ਅਸਲ ਰਤਨ ਨੂੰ ਨਾ ਗਵਾ ਲੈਂਦਾ ਹੈ, ਫਿਰ ਰੋਈ ਜਾਂਦਾ ਰੋਈ ਜਾਂਦਾ। ਕਾਰਨ ਕੀ ਹੈ? ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਹੁਣ ਲਿਵ ਜਿਹੜੀ ਸੀ ਉਹ ਪ੍ਰਮਾਤਮਾ ਨਾਲ ਇੱਕਮਿਕ ਸੀ, ਤੇ ਜਿਸ ਦਿਨ ਜਗਤ ਵਿੱਚ ਆਏ ਆ ਛਲ ਰੂਪ ਬਣ ਗਿਆ, ਤੇ ਛਲ ਰੂਪ ਨੇ ਇਹੋ ਜਿਹਾ ਘੇਰਿਆ ਕਿ ਮਾਇਆ ਦੇ ਪ੍ਰਭਾਵ ਸਦਕਾ ਇਹ ਜੀਵ ਪਰਮਾਤਮਾ ਦੇ ਨਾਮ ਤੋਂ ਵਾਂਝਾ ਹੋ ਗਿਆ, ਪਰਮਾਤਮਾ ਦੇ ਨਾਮ ਤੋਂ ਪਰੇ ਹੋ ਗਿਆ। ਧੰਨ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਸਭ ਜਗ ਦੇਖਿਆ ਮਾਇਆ ਛਾਇਆ। ਕਹਿੰਦੇ ਮੈਂ ਜਿੰਨਾ ਜਗਤ ਦੇਖਿਆ ਸਾਰਾ ਹੀ ਮਾਇਆ ਦੇ ਪ੍ਰਭਾਵ ਹੇਠ ਹੈ। ਕੋਈ ਬੱਚਿਆਂ ਦੇ ਮੋਹ ਵਿੱਚ ਜੀ ਰਿਹਾ ਹੈ, ਕੋਈ ਪਤਨੀ ਦੇ ਮੋਹ ਵਿੱਚ ਜੀ ਰਿਹਾ ਹੈ, ਇਹ ਛਾਲੀ ਹੈ ਨਾ, ਮਾਇਆ ਦਾ ਇੱਕ ਪ੍ਰਭਾਵ ਹੀ ਹੈ। ਤੇ ਕੋਈ ਮਹਿਲ ਮਾੜੀਆਂ ਦੇ ਰੂਪ ਵਿੱਚ ਜੀ ਰਿਹਾ ਹੈ, ਤੇ ਕੋਈ ਮਾਇਆ ਇਕੱਠੀ ਕਰਨ ਦੇ ਰੂਪ ਵਿੱਚ ਜੀ ਰਿਹਾ ਹੈ, ਕੋਈ ਜ਼ਮੀਨ ਬਣਾਉਣ ਦੇ ਢੰਗ ਨਾਲ ਜੁੜਿਆ ਹੋਇਆ ਹੈ। ਛਲ ਰੂਪ ਬਣ ਗਿਆ ਨਾ, ਮਾਇਆ ਦਾ ਛਲ ਹੀ ਹੈ। ਸਭ ਜਗ ਦੇਖਿਆ ਮਾਇਆ ਛਾਇਆ। ਮਹਾਰਾਜ ਜੀ ਕਹਿੰਦੇ ਮੈਂ ਜਿੱਧਰ ਵੀ ਦੇਖਦਾ ਮਾਇਆ ਦਾ ਪ੍ਰਭਾਵ ਹੀ ਹੈ, ਕਿਉਂਕਿ ਸੰਗਤ ਜੀ ਜਿਸ ਚੀਜ਼ ਤੋਂ ਵਸਤੂ ਤੋਂ ਰੱਬ ਵਿਛੜ ਜਾਂਦਾ ਸਮਝ ਲਿਓ ਮਾਇਆ ਦਾ ਹੀ ਰੂਪ ਹੈ। ਜਿਹੜੀ ਚੀਜ਼ ਤੋਂ ਸਾਨੂੰ ਮਾਲਕ ਭੁੱਲ ਗਿਆ ਨਾ, ਜਿਸ ਚੀਜ਼ ਤੋਂ ਸਾਡੀ ਬਿਰਤੀ ਆਤਮਾ ਪਰਮਾਤਮਾ ਨਾਲੋਂ ਟੁੱਟ ਗਈ, ਸਮਝ ਲਿਓ ਉਹ ਛਲ ਰੂਪ ਹੈ, ਮਾਇਆ ਦਾ ਇੱਕ ਚੱਕਰ ਵਿਊ ਹੈ। ਤੇ ਜਿਹੜੇ ਪਦਾਰਥ ਤੋਂ ਅਸੀਂ ਰੱਬ ਨੂੰ ਭੁਲਾ ਬੈਠਦੇ ਹਾਂ ਉਹ ਵੀ ਮਾਇਆ। ਕਈਆਂ ਨੂੰ ਖਾਣ ਦਾ ਸਵਾਦ ਬੜਾ, ਦੇਖੋ ਮਾਫੀ ਦਿਓ ਸੰਗਤ ਜੀ, ਆ ਸ਼ਹੀਦੀ ਦਿਨ ਚੱਲ ਰਹੇ ਨੇ, ਫਿਰ ਕਿਹੜਾ ਸੀ ਰੁਕੇ ਆ। ਜਿਹੜੇ ਦਿਨ ਸਾਡੀ ਮਾਂ ਜਾਂਦੀ ਹੈ, ਪਿਓ ਜਾਂਦਾ ਹੈ, ਬੱਚਾ ਜਾਂਦਾ ਹੈ, ਪਤਨੀ ਜਾਂਦੀ ਹੈ, ਸਾਡੇ ਵਾਸਤੇ ਉਹ ਦਿਨ ਸਾਲ ਵਿੱਚ ਇੱਕ ਸਭ ਤੋਂ ਵਿਰਾਗਮਈ ਦਿਨ ਹੁੰਦਾ ਹੈ। ਉਸ ਦਿਨ ਸਾਡੀ ਸੋਚ ਹੁੰਦੀ ਹੈ ਕਿ ਇਸ ਦਿਨ ਨਾ ਕੋਈ ਚੰਗਾ ਪਕਵਾਨ ਬਣਾਉਣਾ, ਚਿੱਤ ਵੀ ਨਹੀਂ ਕਰਦਾ। ਬਣਾਉਣ ਦੀ ਤੇ ਦੂਰ ਦੀ ਗੱਲ ਹੈ, ਉਸ ਦਿਨ ਤੇ ਸੱਚੀ ਗੱਲ ਹੈ ਅੰਮ੍ਰਿਤ ਵੇਲੇ ਤੋਂ ਲੈ ਕੇ ਤੇ ਸੌਣ ਤੱਕ ਬਾਰ-ਬਾਰ ਕੋਈ ਗੱਲ ਚੇਤੇ ਆਈ ਜਾਂਦੀ ਹੈ। ਅੱਜ ਬਾਪੂ ਦਾ ਸੰਸਕਾਰ ਕੀਤਾ ਸੀ, ਅੱਜ ਮਾਂ ਵਿਛੜੀ ਸੀ, ਅੱਜ ਪਿਤਾ ਵਿਛੜਿਆ ਸੀ, ਅੱਜ ਬੱਚੇ ਵਿਛੜੇ ਸੀ। ਉਹ ਦਿਨ ਸਾਨੂੰ ਬਾਰ-ਬਾਰ ਸਾਡੇ ਜੀਵਨ ਵਿੱਚ ਬਾਰ-ਬਾਰ ਉਹ ਦਿਮਾਗ ਉਸ ਚੀਜ਼ ਨੂੰ ਕਵਰ ਕਰਦਾ ਹੈ, ਕਾਰਨ ਭੁਲਾ ਨਹੀਂ ਸਕਦੇ। ਜਿਹੜੇ ਦਿਨ ਕੋਈ ਚੀਜ਼ ਸਾਥੋਂ ਦੂਰ ਚਲੀ ਗਈ, ਉਹ ਦਿਨ ਸਾਡੇ ਵਾਸਤੇ ਇੱਕ ਅਹਿਮੀਅਤ ਰੱਖਦਾ ਹੈ ਕਿ ਇਸ ਦਿਨ ਆਹ ਚੀਜ਼ ਸਾਥੋਂ ਰੱਬ ਨੇ ਖੋਲੀ ਸੀ। ਤੁਸੀਂ ਜਨਮ ਦਿਨ ਮਨਾ ਰਹੇ ਹੋ ਸਾਲ ਪਿੱਛੋਂ ਬੱਚਿਆਂ ਦਾ, ਕੋਈ ਵਿਆਹ ਦੀ ਵਰ੍ਹੇਗੰਢ ਮਨਾ ਰਿਹਾ ਹੈ ਸਾਲ ਪਿੱਛੋਂ, ਕੋਈ ਜਾਣ ਦੇ ਦੁੱਖ ਵਿੱਚ ਜੁੜਿਆ ਸਾਲ ਪਿੱਛੋਂ। ਇਹ ਇੱਕ ਮਾਇਆ ਹੀ ਛਲ ਰੂਪ ਹੈ, ਇਹ ਮਾਇਆ ਦੇ ਪ੍ਰਭਾਵ ਸਦਕਾ ਹੀ ਹੈ। ਕਈਆਂ ਨੂੰ ਖਾਣ ਦਾ ਰਸ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨਾ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀ ਹੈ ਮਨ ਮੈਂ ਚੱਲੈ ਵਿਕਾਰ। ਕਈ ਖਾਣੇ ਵੀ ਸਾਡੇ ਇਦਾਂ ਦੇ ਨੇ ਸੰਗਤ ਜੀ, ਜਿਹੜੇ ਖਾਣਿਆਂ ਕਰਕੇ ਰੱਬ ਵਿਸਰ ਜਾਂਦਾ ਹੈ। ਸਵਾਦ ਹੈ ਨਾ ਜੀਭ ਦਾ, ਕਿਉਂਕਿ ਜੀਭ ਤੇ ਲੱਭਦੀ ਹੈ। ਬਾਬਾ ਕਬੀਰ ਸਾਹਿਬ ਕਹਿੰਦੇ ਹੈ ਨਾ, ਖੂਬ ਖਾਨਾ ਖਿਚੜੀ ਜਾਮੈ ਅੰਮ੍ਰਿਤ ਲੋਣ, ਹੀਰਾ ਰੋਟੀ ਕਾਰਨੇ ਗਲਾ ਕਟਾਵੇ ਕੌਣ। ਸਵਾਦ ਹੈ ਤੇ ਰਸ ਮਾਇਆ ਦਾ ਸੌਣ ਤੇ ਵੀ
ਪ੍ਰਭਾਵ ਪਾ ਕੇ ਰੱਖਦਾ ਹੈ। ਸਾਡਾ ਸੌਣਾ ਵੀ ਵਕਾਰੀ ਬਣ ਜਾਂਦਾ ਹੈ ਸੰਗਤ ਜੀ। ਅਸੀਂ ਜਿੱਦਾਂ ਦੀ ਦਿਨੇ ਵਸਤੂ ਇਕੱਠੀ ਕਰਾਂਗੇ ਨਾ, ਆਪਣੇ ਦਿਮਾਗ ਵਿੱਚ ਜਿਸ ਤਰ੍ਹਾਂ ਦਾ ਸੌਦਾ ਇਕੱਠਾ ਕਰੀ ਜਾਵਾਂਗੇ। ਤਾਦੀ ਗੁਰੂ ਸਾਹਿਬ ਨੇ ਕਿਹਾ ਵਣਜ ਕਰੋ ਵਣਜਾਰਿਓ ਵੱਖਰ ਲਿਓ ਸਮਾਲ। ਕਹਿੰਦੇ ਵਣਜ ਇਕੱਠਾ ਕਰੋ। ਆ ਦਿਨੋਂ ਸੌਦਾ ਇਕੱਠਾ ਕਰ ਰਹੇ ਆ, ਹੁਣ ਆ ਸੌਦਾ ਹੀ ਹੈ, ਤੁਸੀਂ ਇਕੱਠਾ ਕਰ ਰਹੇ ਹੋ, ਤੁਹਾਡਾ ਮਾਈਂਡ ਤੁਹਾਡਾ ਦਿਮਾਗ ਇਹਨੂੰ ਸੁਣ ਰਿਹਾ ਹੈ, ਤੁਸੀਂ ਸੌਦਾ ਵਣਜ ਇਕੱਠਾ ਕਰ ਰਹੇ ਹੋ ਤੇ ਸੌਦਾ ਫਿਰ ਸਾਡਾ ਕਬੂਲਿਆ ਜਾਏਗਾ ਸੰਗਤ ਜੀ। ਕਿਨਹੀ ਬਣਜਿਆ ਕਾਂਸੀ ਤਾਂਪਾ, ਕਿਨਹੀ ਲੌਂਗ ਸੁਪਾਰੀ, ਸੰਤੋ ਬਣਜਿਆ ਨਾਮ ਗੋਬਿੰਦ ਕਾ। ਐਸੀ ਖੇਪ ਹਮਾਰੀ। ਹੁਣ ਕੋਈ ਕਾਂਛੇ ਦਾ ਵਪਾਰ ਕਰ ਰਿਹਾ ਹੈ, ਕੋਈ ਸੋਨੇ ਦਾ ਵਪਾਰ ਕਰ ਰਿਹਾ ਹੈ, ਕੋਈ ਤਾਂਬੇ ਦਾ ਵਪਾਰ ਕਰ ਰਿਹਾ ਹੈ, ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਆਪਣਾ ਧੰਦੇ ਨਾਲ ਜੁੜਿਆ ਹੋਇਆ ਹੈ। ਗੁਰੂ ਸਾਹਿਬ ਕਹਿੰਦੇ ਕੋਈ ਕਾਂਚੀ ਦਾ ਵਪਾਰ ਕਰਦਾ, ਵਣਜ ਕਰਦਾ, ਤੇ ਕੋਈ ਸੰਗਤ ਜੀ ਤਾਂਬੇ ਦਾ ਵਪਾਰ ਕਰ ਰਿਹਾ ਹੈ, ਕੋਈ ਸੋਨੇ ਦਾ ਕਰ ਰਿਹਾ ਹੈ, ਕੋਈ ਸੁਪਾਰੀ ਦਾ ਕਰ ਰਿਹਾ ਹੈ। ਪਰ ਇੱਕ ਰੱਬ ਦੇ ਪਿਆਰੇ ਹੁੰਦੇ ਨੇ ਜਿਹੜੇ ਨਾਮ ਦਾ ਵਣਜ ਇਕੱਠਿਆਂ ਕਰਕੇ ਉਹਦਾ ਵਪਾਰ ਕਰਦੇ ਨੇ। ਰੱਬ ਦੇ ਪਿਆਰਿਆਂ ਕੋਲ ਉਹ ਵਣਜ ਹੈ। ਹੁਣ ਦੇਖੋ ਸਾਰੀ ਦਿਹਾੜੀ ਜੋ ਸੋਚੀ ਜਾਵਾਂਗੇ ਨਾ, ਉਹ ਕੀ ਬਣੇਗਾ? ਸਕੁਪਤ ਬਣ ਜਾਏਗਾ, ਇਕੱਠ ਬਣ ਜਾਏਗਾ। ਹੁਣ ਜਿਹੜਾ ਸਾਰੀ ਦਿਨ ਸੋਚਦੇ ਰਹਿ ਗਏ, ਉਹ ਇਕੱਠਾ ਹੋਇਆ ਤੇ ਜਦੋਂ ਰਾਤ ਪਈ, ਉਹ ਸੁਪਨੇ 'ਚ ਉਹੋ ਹੀ ਰੂਪ ਉਸੇ ਚੀਜ਼ ਨੇ ਧਾਰਨ ਕਰ ਲਿਆ। ਹੁਣ ਜੋ ਦਿਨੇ ਸੋਚਿਆ ਸੀ ਚੋਰੀ ਕਰਾਂਗੇ, ਚੋਰੀ ਕਰ ਨਾ ਸਕੇ, ਰਾਤ ਨੂੰ ਲਾਜ਼ਮੀ ਬੰਦਾ ਚੋਰ ਬਣੇ। ਦਿਨੇ ਬੰਦਾ ਕਾਮੀ ਰਿਹਾ, ਸਾਰੀ ਦਿਹਾੜੀ ਕਾਮ ਵਾਸ਼ਨਾ ਵਿੱਚ ਜਿਉਂਦਾ ਰਿਹਾ, ਦਿਨੇ ਕਾਮ ਵਾਸ਼ਨਾ 'ਚ ਪ੍ਰਫੁੱਲਤ ਨਹੀਂ, ਰਾਤ ਸੁੱਤਿਆਂ ਕਾਮੀ ਬਣਿਆ ਪਿਆ। ਕਿਉਂਕਿ ਜਿਸ ਤਰ੍ਹਾਂ ਦਾ ਸੌਣਾ ਬਾਬਾ ਹੋਰ ਸੌਣਾ ਖੁਸ਼ੀ ਖੁਆਰ, ਜਿਤ ਸੁੱਤੈ ਤਨ ਪੀੜੀਏ ਮਨ ਮਹਿ ਚੱਲੈ ਵਿਕਾਰ। ਸਾਡਾ ਸੌਣਾ ਵੀ ਕਿੱਦਾਂ ਦਾ ਹੈ? ਸਾਡੇ ਸੌਣ ਤੇ ਵੀ ਮਾਇਆ ਪ੍ਰਭਾਵ ਪਾ ਕੇ ਰੱਖਦੀ ਹੈ। ਦਿਨੇ ਹੇਰਾ ਫੇਰੀ ਕਰਨੀ ਸੀ, ਨਹੀਂ ਕਰ ਸਕੇ, ਸੁੱਤਿਆਂ ਕਰ ਰਹੇ ਆ। ਦਿਨੇ ਕਿਸੇ ਨੂੰ ਕੁੱਟਣਾ ਸੀ, ਮਾਰਨਾ ਸੀ, ਕਤਲ ਕਰਨਾ ਸੀ, ਨਹੀਂ ਹੋ ਸਕਿਆ, ਸੁੱਤਿਆਂ ਉਸੇ ਹੀ ਬੰਦੇ ਦਾ ਕਤਲ ਕਰ ਰਹੇ ਆ। ਕਾਰਨ ਕੀ? ਮਾਇਆ ਦਿਨੇ ਵੀ ਪ੍ਰਭਾਵ ਰੱਖਦੀ ਹੈ ਤੇ ਆਤਮਾ ਤੇ ਸੁੱਤਿਆਂ ਵੀ ਰੱਖਦੀ ਹੈ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਸਭ ਜਗ ਦੇਖਿਆ ਕੀ ਹੈ? ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ। ਮਾਇਆ ਛਲ ਰੂਪ ਬਣ ਕੇ ਇੱਕ ਵਿਖਾਵਾ ਕਰਦੀ ਹੈ ਤੇ ਆ ਵਿਖਾਵਾ ਹੀ ਅੱਜ ਤੋਂ ਕੁਝ ਮਹੀਨੇ ਪਹਿਲਾਂ ਬਾਪੂ ਜੀ ਗੱਲਾਂ ਕਰਦੇ ਸੀ। ਮਾਇਆ ਨੇ ਛਲ ਰੂਪ ਖੇਡਿਆ, ਤਮਾਸ਼ਾ ਪਰੇ ਕਰ ਦਿੱਤਾ ਤੇ ਬਾਪੂ ਨੂੰ ਖੋ ਕੇ ਗਾਂ ਗਈ ਮਾਇਆ। ਛਲ ਰੂਪ ਹੀ ਹੈ ਨਾ। ਤੇ ਗੁਰੂ ਸਾਹਿਬ ਨੂੰ ਫਿਰ ਸੰਗਤ ਕਹਿੰਦੀ ਮਹਾਰਾਜ ਜੇ ਸਾਰਿਆਂ ਤੇ ਮਾਇਆ ਦਾ ਪ੍ਰਭਾਵ ਹੈ ਤੇ ਮਾਇਆ ਪ੍ਰਭਾਵ ਕਿਦੇ ਤੇ ਨਹੀਂ ਪਾਉਂਦੀ ਹੈ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨਾਨਕ ਗੁਰਮਤਿ ਨਾਮ ਧਿਆਇਆ। ਨਾਨਕ ਜੀ ਜਿਹੜੇ ਗੁਰੂ ਦੀ ਮੱਤ ਨਾਲ ਚੱਲਦੇ ਨੇ, ਜਿਹੜੇ ਗੁਰੂ ਦੀ ਸਿੱਖਿਆ ਨੂੰ ਧਾਰਨ ਕਰਦੇ ਨੇ, ਜਿਹੜੇ ਗੁਰੂ ਦੇ ਕਹਿਣ ਅਨੁਸਾਰ ਚੱਲਦੇ ਨੇ ਤੇ ਦਿਨੇ ਵੀ ਸਿਮਰਨ ਕਰਦੇ ਨੇ, ਕਿਰਤਕਾਰ ਵਿਹਾਰ ਕਰਦਿਆਂ ਵੀ ਨਹੀਂ ਟੁੱਟਦੇ ਨੇ, ਤੇ ਸੱਚ ਜਾਣਿਓ ਉਹ ਸੁੱਤਿਆਂ ਵੀ ਰੱਬ ਦੀ ਯਾਦ ਤੋਂ ਪਰੇ ਹੀ ਨਹੀਂ ਹੁੰਦੇ। ਕਬੀਰ ਸੁੱਤਾ ਕਿਆ ਕਰੇ, ਉੱਠ ਕੇ ਨਾ ਜਪੇ ਮੁਰਾਰ, ਇੱਕ ਦਿਨ ਸੋਵਣ ਹੋਏਗੋ ਲੰਬੇ ਗਾਉਣ ਪਸਾਰ। ਇੱਕ ਦਿਨ ਸੌਂ ਜਾਣਾ। ਸੌਣਾ ਕਿੰਨੇ ਹੈ? ਸਰੀਰ ਨੇ ਖਤਮ ਹੋਣਾ, ਆਤਮਾ ਨੇ ਨਹੀਂ ਸੌਣਾ ਹੈ। ਸਰੀਰ ਦਾ ਵਿਛੋੜਾ ਹੈ। 6 ਮੌਤਾਂ ਨੇ ਸੰਗਤ ਜੀ। ਸਰੀਰਕ ਮੌਤ, ਰਾਜਨੀਤਿਕ ਮੌਤ, ਸਮਾਜਿਕ ਮੌਤ, ਰੂਹਾਨੀਅਤ ਮੌਤ। ਇਸ ਤਰ੍ਹਾਂ 6 ਮੌਤਾਂ ਬੰਦਾ ਮਰਦਾ ਹੈ। ਕਈ ਸਮਾਜਿਕ ਮੌਤ ਹੈ, ਕਲੰਕ ਇਹੋ ਜਿਹਾ ਲੱਗ ਜਾਣਾ, ਉਹ ਘਰ ਵਾਲੇ ਵੀ ਮਿਹਣੇ ਮਾਰਦੇ ਨੇ, ਭੈਣ ਭਰਾ ਵੀ ਮਿਹਣੇ ਮਾਰਦੇ ਨੇ, ਉਹ ਜਗਤ ਵੀ ਮਿਹਣਾ ਮਾਰਦਾ ਹੈ। ਉਹ ਸਾਰੀ ਜ਼ਿੰਦਗੀ ਉਸ ਕਲੰਕ ਦੀ ਛਾਪ ਲੱਗੀ ਰਹਿੰਦੀ ਹੈ। ਉਹਨੂੰ ਆਖਦੇ ਨੇ ਸਮਾਜਿਕ ਮੌਤ। ਬੰਦਾ ਹੁੰਦਾ ਜ਼ਰੂਰ ਹੈ ਪਰ ਉਸ ਕਲੰਕ ਦੇ ਸਦਕਾ ਦਿਨ ਪ੍ਰਤੀ ਰੋਜ਼ ਮਰਦਾ ਹੈ। ਇੱਕ ਹੁੰਦੀ ਹੈ ਰਾਜਨੀਤਿਕ ਮੌਤ। ਬੜਾ ਨਾਮ ਸੀ, ਕਦੀ ਲੋਕ ਅੱਗੇ ਪਿੱਛੇ ਤੁਰੇ ਫਿਰਦੇ ਸੀ, ਟੀਵੀ ਵਿੱਚ ਰੇਡੀਓ ਵਿੱਚ ਬੜਾ ਨਾਮ ਸੀ, ਬੜਾ ਉਹਦਾ ਸਤਿਕਾਰ ਸੀ। ਪਰ ਕੁਝ ਸਮਾਂ ਬਦਲਿਆ। ਪਹਿਲਾ ਸਮਾਂ ਅਨੁਕੂਲ ਸੀ ਤੇ ਦੁਨੀਆ ਅੱਗੇ ਪਿੱਛੇ ਸੀ। ਸਮਾਂ ਜਿਸ ਦਿਨ ਪ੍ਰਤੀਕੂਲ ਹੋ ਗਿਆ, ਕੋਈ ਪੁੱਛਦਾ ਵੀ ਨਹੀਂ ਹੈ।
बस उस दिन तो उस राजनीतिक नेता की मौत हुंदी है जिस दिन अगे पिछे तुरन फिरन वाला पुछण वाला कोई नहीं रहिंदा। एक हुंदी है शरीरक मौत, किसी चीज का बाहरों अंदर आउणा रुक जाना। बाहरों ग्रास बन रहा है, अंदर सवास चल रहे ने। जिस दिन ग्रास रुक गया सवास नहीं बनने ने, ते जिदन सवास नहीं बनने ने संगत जी उस दिन डॉक्टरां ने मोहर ला देनी है कि ये बाडी ये शरीर डेड हो चुका है। शरीरक मौत ते शरीरक मौत परमात्मा ने सारियां दी रखी हुई है। शरीरक मौत सारियां दी एक दिन असां सारियां ने विछड़ना है, क्योंकि ये पूर्वले संजोगी ने साडे। पूर्व जन्म हम तुमरे सेवक अब तो मिटिया ना जाई। गुरु साहब कहंदे प्रभु सेवक तां पिछले जन्म विच भी मैं तेरा सी, उदों भी तेरी बख्शिश सी, ते मैं घालना घाली गया घाली गया घाली गया, क्योंकि तेरे नाम तो बिना मैनू कोई दूसरा होर दिसदा नहीं सी। क्योंकि बाबा कबीर साहब भी कहते हैं ना, मारू राग दे अंदर 1104 अंग ते कहते अब की बार बख्श बंदे को बहुर न भौजल फेरा, किरपा कर किरपा केड़ी करके जेड़ा आवन जान दा गेड़ है ये मेरा मुक जावे। नहीं ते ये छल रूपी माया मैनू कदी लै आएगी शरीर नू, फिर शरीर विछड़ जाएगा, फिर चले जावांगे। क्योंकि 8 धर्म है ना हिंदुस्तान दे अंदर। सब तो पुराना यहूदी है, फिर ईसाई है, फिर पारसी है, फिर जाके नवा इस्लाम धर्म है। इधर साडे पासे आ जाओ, सब तो पुराना धर्म है सनातन, फिर दूसरा है बुद्ध धर्म, तीसरा है जैन धर्म, फिर चौथा है नवा सिख धर्म। जिहड़े उधर 4 धर्म ने, यहूदी है, ईसाई है, पारसी है, इस्लाम है, ये बार बार दे जन्म नूं नहीं मनदे कि बंदा आ गया चल गया, इदां यात्रा नहीं हो रही है। जिस दिन मौत होगी मुड़ उस आत्मा दा बंदे दा जन्म नहीं हुंदा है। पर इन्हां च इस्लाम धर्म च एक तबका है सूफियां दा। बाबा फरीद साहब सूफी सी, इदां एक सूफियां दा तबका है, वो मनदे कि बार बार दा जन्म जेड़ा है वो हुंदा है, बार बार जीव आउंदा है। बाज आमदम तो जार रामाना कुन्नम। ये बार बार दे जन्म नूं मनदे ने। इस्लाम धर्म नहीं मनदा, सूफी मनदे ने कि बंदा आ भी सकदा है ते जा भी सकदा है। इस करके बाबा रविदास साहब ने भी मन्निया कि इहो जन्म तुम्हारे लेखे, ये जन्म मिलिया हुण तेरे लेखे दे अंदर है, कृपा कर। इहदे तो भाव फिर 10वें पातशाह भी मनदे ने। वो भी कहंदे ने हेमकुंट पर्वत है जहां, सप्त श्रृंग शोभित है तहां। कबीर साहब ने भी मान लिया, बाबा रविदास साहब ने भी मान लिया, 10वें पातशाह जी ने भी ये मन्निया कि बार बार दा चक्कर व्यू है। बदलदा की है, केवल शरीर बदलेगा, आत्मा निरंतर अपना सफर जारी रखेगी। की बदलिया? काया बदल गई संगत जी। हुण एक बंदा किराए ते रहिंदा है, वो कादियां तो मकान छड्डे ते बटाले चल गया, बटाले तो किराए दा मकान छड्डिया ते जलंधर चल गया, जलंधर तो मकान छड्डिया ते वो दिल्ली चलिया गया। हुण बदलिया की? जगह बदली, रहन वाला ते फिर किराए दा किराएदार ही है ना। मकान बदलदा रहा, बस मकान बदलेगा। अज आ मकान है, कल पता नहीं केड़ा मकान रब ने दे देना, वो साडे कर्मां दे मुताबिक है। तो जिस तरह का कर्म करांगे उहदे मुताबिक अगला जन्म लाजमी सानू भोगना पेगा। किराए दा मकान बार बार मिलना, क्योंकि पूर्व जन्म हम तुमरे सेवक, कृपा कर पूर्वले जन्म विच भी तेरा सेवक सी, कृपा कर। क्योंकि नानक वखाणै बेनती तुद बाज कूड़ों कूड़, तेरे नाम तो बिना बाकी सब कुछ छल है, सब कुछ एक वखावा है, केवल तेरा नाम ही सब कुछ। उमर आके बाशत दरजाद रफत, उमर आके बरबूद बा रफत। भाई नंद लाल जी कहते, गुरु नानक साहब भी एक अरदास करते हैं ना, फारसी च शब्द है महाराज जी का, अयक अर्ज गुफ्तम भेश तो दरगोश कुन करतार, हक्का कबीर करीम तू बेऐब परवदगार। ये भी बेनती है
ਜੋਦੜੀ ਹੈ, ਕਿਰਪਾ ਕਰ, ਕਿਉਂਕਿ ਆਵਣ ਜਾਣ ਇੱਕ ਖੇਲ ਬਣਾਇਆ, ਆਗਿਆਕਾਰੀ ਮਾਇਆ ਦਾ ਪ੍ਰਭਾਵ ਹੈ। ਨਹੀਂ ਤੇ ਇਸ ਗੇੜ ਵਿੱਚ ਤੇ ਸੰਗਤ ਜੀ ਫਿਰ ਆਉਂਦੇ ਜਾਂਦੇ ਰਵਾਂਗੇ। ਹਰੀ ਲਾਲ ਕ੍ਰਿਸ਼ਨ ਲਾਲ ਨੇ ਪੁੱਛਿਆ ਸੀ ਨਾ ਕਿ ਮਹਾਰਾਜ ਬੰਦੇ ਦੀ ਅਕਲ ਦੇ ਮੁਤਾਬਕ ਖਲ ਮਿਲਦੀ ਹੈ ਕਿ ਮਨੁੱਖ ਨੂੰ ਕਿਸ ਤਰ੍ਹਾਂ ਦਾ ਕਰਮ ਰੂਪ ਬੀਜ ਬੀਜਣਾ ਪੈਂਦਾ ਤੇ ਮਨੁੱਖਾ ਜਨਮ ਮਿਲਦਾ। ਤੇ ਜੇ ਤੁਸੀਂ ਰਹਿ ਰਸ ਕਰਦੇ ਹੋਵੋਗੇ ਤੇ ਸ਼ਾਮ ਨੂੰ ਤੁਸੀਂ ਪੜ੍ਹਦੇ ਜੇ ਨਾ, ਫਿਰ ਭਈ ਪ੍ਰਾਪਤ ਮਾਨੁੱਖ ਦੇਹੁਰੀ। ਹੁਣ ਹੋਰ ਕਿਸੇ ਜਨਮ ਚ ਨਹੀਂ ਕਿਹਾ ਕਾਂ ਦਾ ਜਨਮ ਹੈ, ਗਧੇ ਦਾ ਜਨਮ ਹੈ, ਘੋੜੇ ਦਾ, ਗਾਂ ਦਾ, ਮੱਝ ਦਾ। ਕਿਸੇ ਜਨਮ ਨੂੰ ਇਹ ਮਾਰਜ ਨੇ ਗੱਲ ਨਹੀਂ ਕਹੀ ਕਿ ਤੈਨੂੰ ਹੁਣ ਸਮਾਂ ਦਿੱਤਾ ਹੋਇਆ। ਇਸੇ ਜਨਮ ਚ ਕਿਹਾ ਹੈ ਨਾ, ਗੋਬਿੰਦ ਮਿਲਨ ਕੀ ਇਹ ਤੇਰੀ ਵਰੀਆ। ਗੋ ਸ੍ਰਿਸ਼ਟੀ ਬਿੰਦ ਪਾਲਣਹਾਰਾ, ਉਸ ਗੋਬਿੰਦ ਨੂੰ ਮਿਲਣ ਦਾ ਤੈਨੂੰ ਹੁਣ ਸਮਾਂ ਦਿੱਤਾ ਹੋਇਆ ਹੈ ਰੱਬ ਨੇ। ਤਾਂ ਜਦੋਂ ਹਰੀ ਲਾਲ ਕ੍ਰਿਸ਼ਨ ਲਾਲ ਨੇ ਪੁੱਛਿਆ ਨਾ, ਕਾਂਚੀ ਤੋਂ ਦੋ ਪੰਡਤ ਆਏ ਸੀ, ਮਹਾਰਾਜ ਜੀ ਦਾ ਇੱਕ ਸ਼ਬਦ ਲੈ ਕੇ ਆਏ ਸੀ। ਜਦੋਂ ਇਹਨਾਂ ਆਪਣੀਆਂ ਵੱਡਿਆਂ ਵਡੇਰਿਆਂ ਦੀਆਂ ਪੁਸਤਕਾਂ ਪੜ੍ਹੀਆਂ ਨਾ, ਉਸ ਗ੍ਰੰਥ ਵਿੱਚੋਂ ਇਹਨਾਂ ਨੂੰ ਕੁਝ ਮਿਲਿਆ ਸੀ ਤੇ ਉਹਦੇ ਤੇ ਨਾਮ ਲਿਖਿਆ ਸੀ ਨਾਨਕ। ਜਦੋਂ ਇਹਨਾਂ ਸ਼ਬਦ ਪੜ੍ਹਿਆ ਤੇ ਉਹ ਸ਼ਬਦ ਸੀ, ਪੜ ਪੁਸਤਕ ਸੰਧਿਆ ਬਾਦੰ, ਸਿਲ ਪੂਜਸ ਬਗਲ ਸਮਾਦੰ, ਮੁਖ ਝੂਠ ਬਿਭੂਕਨ ਸਾਰੰ, ਤ੍ਰਿਪਾਲ ਤਿਹਾਰ ਵਿਚਾਰੰ, ਕਲ ਮਾਲਾ ਤਿਲਕ ਲਲਾਟੰ, ਦੋਇ ਧੋਤੀ ਬਸਤਰ ਕਪਾਟੰ, ਜੇ ਜਾਨਸ ਬ੍ਰਹਮੰ ਕਰਮੰ, ਸਾ ਫੋਕਟ ਨਿਚੋ ਕਰਮੰ, ਕਹੋ ਨਾਨਕ ਨਿਚੋ ਧਿਆਵੈ, ਬਿਨ ਸਤਿਗੁਰ ਬਾਟ ਨਾ ਪਾਵੇ। ਇਹ ਸ਼ਬਦ ਲੈ ਕੇ ਆਏ ਸੀ। ਤੇ ਜਦੋਂ ਇਹ ਆਏ ਇੱਥੇ ਅੰਮ੍ਰਿਤਸਰ, ਪਤਾ ਲੱਗਾ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ 5ਵੇਂ ਸਰੀਰ ਨੇ ਤੇ ਉਹਨਾਂ ਦਾ ਇਹ ਸ਼ਬਦ ਹੈ। ਤੇ ਜਦੋਂ ਗੁਰੂ ਨਾਨਕ ਸਾਹਿਬ ਦੇ 5ਵੇਂ ਸਰੀਰ ਦੇ ਦਰਸ਼ਨ ਕੀਤੇ ਤੇ ਇਹਨਾਂ ਬਚਨ ਕੀਤੇ, ਮਹਾਰਾਜ ਜੀ ਸਾਨੂੰ ਤੁਹਾਡੀ ਭਾਸ਼ਾ 'ਚ ਗੱਲ ਨਹੀਂ ਕਰਨੀ ਆਉਂਦੀ ਹੈ ਤੇ ਕਿਰਪਾ ਕਰੋ ਸਾਡੀ ਭਾਸ਼ਾ ਦੇ ਮੁਤਾਬਕ ਗੱਲ ਕਰੋ ਸਾਡੇ ਨਾਲ। ਸੰਸਕ੍ਰਿਤ ਵਿੱਚ ਨਾ ਕਰਿਓ, ਸੰਸਕ੍ਰਿਤ ਵਿੱਚ ਕਰਿਓ। ਸੰਸਕ੍ਰਿਤ ਧੀ ਬੋਲੀ ਹੈ ਤੇ ਸੰਸਕ੍ਰਿਤ ਮਾਂ ਬੋਲੀ ਹੈ। ਸਾਡੀ ਮਾਂ ਬੋਲੀ ਵਿੱਚ ਸਾਡੇ ਨਾਲ ਗੱਲ ਕਰਿਓ। ਉਦੋਂ ਇਹਨਾਂ ਸਵਾਲ ਕੀਤਾ, ਇੱਕ ਗੁਰੂ ਸਾਹਿਬ ਜੀ ਨੇ ਬਾਣੀ ਉਚਾਰਨ ਕੀਤੀ, ਸ਼ਲੋਕ ਸੰਸਕ੍ਰਿਤੀ ਮਹੱਲਾ 5ਵਾਂ, ਸੰਸਕ੍ਰਿਤ ਨਹੀਂ ਸੰਸਕ੍ਰਿਤੀ। ਉਦੋਂ ਫਿਰ ਇਹਨਾਂ ਸਵਾਲ ਕੀਤਾ, ਮਹਾਰਾਜ ਜੀ ਕੀ ਜੇ ਰੱਬ ਦੇ ਨਾਮ ਤੋਂ ਟੁੱਟੇ ਰਵਾਂਗੇ ਕਿਹੜੀ ਕਿਹੜੀ ਖੱਲ ਮਿਲੇਗੀ, ਕਿਹੜਾ ਕਿਹੜਾ ਜਨਮ ਭੋਗਣਾ ਪਏਗਾ, ਕਿੰਨੇ ਕੁ ਦੁਖੀ ਹੋਵਾਂਗੇ। ਤੇ ਉਦੋਂ ਗੁਰੂ ਸਾਹਿਬ ਨੇ ਇੱਕ ਸ਼ਲੋਕ ਕਿਹਾ ਸੀ। ਮਹਾਰਾਜ ਜੀ ਕਹਿੰਦੇ, ਗੁਰ ਮੰਤਰ ਹੀਨਸ ਜੋ ਪ੍ਰਾਨੀ, ਤ੍ਰਿਗੰਤ ਜਨਮ ਪ੍ਰਸ਼ਟਨ ਹੈ, ਕੁਕਰ ਹੈ ਸੁਕਰ ਹੈ, ਗਰਤ ਪੈ ਹੈ, ਕੱਕ ਹੈ, ਸਰਪ ਨੇ ਤੁਲ ਖਲ ਹੈ। ਮੰਤਰ ਦਾ ਅਰਥ ਹੁੰਦਾ ਉਹਦਾ ਜਾਪ। ਫਾਰਸੀ ਵਿੱਚ ਲਿਖਿਆ ਮਹਾਰਾਜ ਨੇ, ਨਮੋ ਮੰਤਰ ਮੰਤਰੰ, ਨਮੋ ਜੰਤਰ ਯੰਤਰੰ। ਬਾਣੀ ਜਾਪ ਸਾਹਿਬ ਪਾਤਸ਼ਾਹੀ ਦਸਵੀਂ। ਤੇਰਾ ਸ੍ਰੇਸ਼ਟ ਨਾਮ ਹੈ ਮੰਤਰਾਂ ਚੋਂ ਮੰਤਰ, ਤੇ ਤੇਰਾ ਸ੍ਰੇਸ਼ਟ ਨਾਮ ਹੈ ਜੰਤਰਾਂ ਤੋਂ ਜੰਤਰ। ਜਿਹਦੇ ਕੋਲ ਇਹ ਮੰਤਰ ਆ ਜਾਂਦਾ ਹੈ ਪ੍ਰਮਾਤਮਾ ਦੇ ਨਾਮ ਦਾ, ਉਹਦੇ ਤੇ ਦੁਨੀਆ ਦੀ ਕੋਈ ਦੁੱਖ ਤਕਲੀਫ ਨਹੀਂ ਆਉਂਦੀ ਹੈ। ਉਦੋਂ ਫਿਰ ਮਹਾਰਾਜ ਨੇ ਕਿਹਾ, ਜਿਹੜੇ ਮੰਤਰ ਤੋਂ ਹੀਣੇ ਨੇ, ਪ੍ਰਮਾਤਮਾ ਤੋਂ ਹੀਣੇ ਨੇ, ਫਿਰ ਉਹ ਸਦਾ ਵਾਸਤੇ ਕਦੀ ਕੁਕਰ ਹੈ, ਕਦੀ ਸੁਕਰ ਹੈ, ਕਦੀ ਗਰਤ ਪੈ ਹੈ, ਕਦੀ ਕੱਕ ਹੈ, ਸਰਪ ਨੇ ਤੁਲਖਲ ਹੈ। ਭਾਵ ਆਤਮਾ ਸਫਰ ਜਾਰੀ ਰੱਖੇਗੀ, ਆਤਮਾ ਦਾ ਮਾਇਆ ਤੇ ਪ੍ਰਭਾਵ ਜਾਰੀ ਰਹੇਗਾ। ਬਾਰ ਬਾਰ ਖਲ, ਬਾਰ ਬਾਰ ਸਰੀਰ, ਇਹ ਸਾਨੂੰ ਲੈਣਾ ਪਏਗਾ। ਅਨਕ ਜਨਮ ਬਹੁ ਜੋਨੀ ਭ੍ਰਮਿਆ, ਬਹੁਰ ਬਹੁਰ ਦੁੱਖ ਪਾਇਆ, ਤੁਮਰੀ ਕਿਰਪਾ ਤੇ ਮਾਨੁਖ ਤੇ ਪਾਈ ਹੈ, ਦੇਹੋ ਦਰਸ ਹਰ ਰਾਇਆ। ਕਿਰਪਾ ਕਰੋ ਵਾਹਿਗੁਰੂ ਜੀ, ਬੜੇ ਜਨਮਾਂ ਦੇ ਅਸੀਂ ਤੇਰੇ ਨਾਲੋਂ ਵਿਛੜੇ ਹੋਏ ਹਾਂ। ਕਿਉਂ ਨਾ ਹੋਏ ਕਿ ਵਿਛੋੜਾ ਪੈਣ ਤੋਂ ਪਹਿਲਾਂ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਨਾਮ ਜਪ ਲਈਏ। ਪਰ ਉਹ ਨਾਮ ਜਪਿਆ ਹੋਇਆ ਜੀਵ ਦਾ ਫਿਰ ਸਦਾ ਵਾਸਤੇ ਸੰਗਤ ਜੀ ਸਲਾਮਤ ਹੋ ਜਾਂਦਾ ਹੈ। ਉਹ ਸਦਾ ਵਾਸਤੇ ਬਣ ਜਾਂਦਾ ਹੈ ਜਿਹੜੇ ਜੀਵ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਕਰਦੇ ਨੇ, ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਧਿਆਨ ਕਰਦੇ ਨੇ। ਉਹ ਫਿਰ ਸਦਾ ਵਾਸਤੇ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਇੱਕ ਮਿੱਕ ਹੋ ਕੇ ਉਸ ਅਕਾਲ ਪੁਰਖ ਜਿਹੇ ਹੀ ਹੋ ਜਾਂਦੇ ਨੇ।
ਫਿਰ ਮਾਇਆ ਦਾ ਪ੍ਰਭਾਵ ਛਲ ਰੂਪ ਉਹਨਾਂ ਤੇ ਨਹੀਂ ਪੈਂਦਾ। ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ, ਕੱਖੇ ਖੰਨਾ ਰਾਰਾ, ਖੁਆਰ ਨਹੀਂ ਪੜਨਾ, ਅੱਧਾ ਪੈਰ ਚ ਵవ్ਵਾ ਲੱਗੇਗਾ। ਗੁਰੂ ਸਾਹਿਬ ਨੇ ਇਸ ਪਾਵਨ ਸ਼ਬਦ, ਕਿਉਂਕਿ ਪਾਵਨ ਸ਼ਬਦ ਮਹਾਰਾਜ ਜੀ ਨੇ ਲਾਹੌਰ ਉਚਾਰਨ ਕੀਤਾ ਸੀ ਸੇਠ ਦੁਨੀ ਚੰਦ ਦੇ ਘਰ। ਇਹ ਪਾਵਨ ਸ਼ਬਦ ਮਹਾਰਾਜ ਨੇ ਉਦੋਂ ਉਚਾਰਿਆ ਕਿਉਂਕਿ ਉਹਨੂੰ ਮਾਣ ਬੜਾ ਸੀ ਆਪਣੇ ਘਰ ਦਾ। ਲਾਹੌਰ ਵਿੱਚ ਸਭ ਤੋਂ ਸੋਹਣਾ ਘਰ ਇਸ ਦੁਨੀ ਚੰਦ ਸੇਠ ਦਾ ਸੀ। ਤੋ ਗੁਰੂ ਸਾਹਿਬ ਨੂੰ ਤੁਹਾਨੂੰ ਪਤਾ ਹੀ ਹੈ, ਕਈ ਘਰ ਵਿਖਾਉਣ ਵਾਸਤੇ ਕਹਿੰਦੇ ਆ ਨਾ, ਸਾਡੇ ਘਰ ਚੱਲੋ, ਸਾਡੇ ਘਰ ਚੱਲੋ, ਆਪਣੇ ਚਰਨ ਪਾਓ ਜੀ, ਆਪਣੇ ਚਰਨ ਪਾਓ, ਤੁਹਾਨੂੰ ਆਪਣਾ ਘਰ ਦਿਖਾਉਣਾ। ਉਹ ਜਦੋਂ ਚਰਨ ਪਾਉਣ ਦੇ ਬਹਾਨੇ ਖੜਦੇ ਨੇ, ਫਿਰ ਦੱਸਦੇ ਨੇ ਆਹ ਸਮਾਨ ਇੰਨਾ ਮਹਿੰਗਾ ਵੈ, ਆਹ ਟਾਇਲ ਇੱਥੋਂ ਲਿਆਂਦੀ, ਆਹ ਚੀਜ਼ ਇੱਥੋਂ ਲਿਆਂਦੀ ਹੈ, ਕੋਠੀ ਤੇ ਇੰਨਾ ਰੁਪਈਆ ਲੱਗ ਗਿਆ। ਉਹ ਤਰੀਕੇ ਨਾਲ ਦੱਸਦੇ ਨੇ। ਫਿਰ ਸਾਰੀਆਂ ਚੀਜ਼ਾਂ ਜਤਾਉਣੀਆਂ ਹੁੰਦੀਆਂ ਨਾ ਬੰਦੇ ਨੇ, ਉਹ ਫਿਰ ਬਾਰ-ਬਾਰ ਦੱਸਣਾ ਹੁੰਦਾ, ਆਹ ਚੀਜ਼ ਮੈਂ ਇੱਥੋਂ ਲੈ ਕੇ ਆਇਆ, ਆਹ ਚੀਜ਼ ਮੈਂ ਆਹ ਦੇਸ਼ ਤੋਂ ਲਿਆਂਦੀ, ਬਾਰ-ਬਾਰ ਦੱਸਦਾ। ਉਹ ਇੱਦਾਂ ਹੀ ਨਾ ਸੇਠ ਦੁਨੀ ਚੰਦ ਗੁਰੂ ਨਾਨਕ ਸਾਹਿਬ ਨੂੰ ਘਰ ਲੈ ਗਿਆ। ਤੋ ਦੱਸੇ ਮਹਾਰਾਜ ਜੀ ਆਹ ਪੱਥਰ, ਇਹਦੇ 'ਚ ਆਹ ਰੰਗ ਰੂਪ ਨੇ, ਆਹ ਜਿਹੜਾ ਬੈੱਡ ਸੋਫਾ ਡੱਠਿਆ, ਆਹ ਪਲੰਘ ਡੱਠਿਆ, ਇਹ ਫਲਾਣੀ ਲੱਕੜ ਦਾ ਹੈ, ਚੰਦਨ ਦਾ ਬਣਿਆ ਹੋਇਆ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਨਾ ਭੁੰਜੇ ਹੀ ਬੈਠ ਗਏ। ਉਹ ਸਭ ਕੁਝ ਛੱਡ ਕੇ ਨਾ ਮਹਾਰਾਜ ਜੀ ਥੱਲੇ ਹੀ ਬੈਠ ਗਏ। ਸੇਠ ਦੁਨੀ ਚੰਦ ਆਖਣ ਲੱਗਾ, ਮਹਾਰਾਜ ਇੰਨਾ ਕੁਝ ਦੇਖੋ, ਐਡੇ ਐਡੇ ਸੋਹਣੇ ਪਲੰਘ ਡੱਠੇ ਪਏ ਨੇ, ਤੁਸੀਂ ਆਸਣ ਹੀ ਥੱਲੇ ਲਾਇਆ ਵੈ। ਉਦੋਂ ਗੁਰੂ ਨਾਨਕ ਸਾਹਿਬ ਨੇ ਸ਼ਬਦ ਕਿਹਾ ਸੀ, ਉਹ ਰਾਜਾ ਸੇਠ ਦੁਨੀ ਚੰਦ, ਸਾਡੇ ਵਾਸਤੇ ਸਭ ਕੁਝ ਇਹ ਛਲ ਰੂਪ ਹੈ। ਤੇਰੇ ਵਾਸਤੇ ਹੋ ਸਕਦਾ ਹੈ ਕਿ ਨਾਲ ਨਿਭਣਾ ਵੈ। ਯਾਦ ਰੱਖੀ ਜਿਸ ਦਿਨ ਮੌਤ ਹੁੰਦੀ ਹੈ ਨਾ ਸੰਗਤ ਜੀ, ਪ੍ਰਾਣ ਛੁੱਟ ਰਹੇ ਹੁੰਦੇ ਨੇ। ਮਾਫੀ ਦਿਓ, ਮੈਂ ਮਾਫੀ ਮੰਗ ਕੇ ਸ਼ਬਦ ਕਹਿਣ ਲੱਗਾ। ਜਿਹੜੇ ਬੰਦੇ, ਜਿਸ ਬੈੱਡ ਤੇ ਬੰਦਾ ਪੈਂਦਾ ਹੈ ਨਾ, ਉਹਦੀ ਕੀਮਤ 25,000 ਹੈ, 1 ਲੱਖ ਹੈ, 10 ਲੱਖ ਹੈ। ਬੰਦੇ ਦੀ ਮੌਤ ਹੁੰਦੀ ਹੋਵੇ ਤੇ ਘਰ ਵਾਲੇ ਟੁੱਟੀ ਜੀ ਮੰਜੀ ਤੇ ਪਾ ਦਿੰਦੇ ਨੇ, ਕਿਉਂਕਿ ਮੰਜੀ ਸੁੱਟਣੀ ਹੁੰਦੀ ਹੈ ਨਾ। ਫਿਰ ਉਹ ਮੰਜੀ ਘਰ ਵੀ ਨਹੀਂ ਰੱਖੀ ਦੀ ਸੰਗਤ ਜੀ। ਦੇਖਿਆ ਨਾ, ਬਾਹਰ ਕੰਧ ਨਾਲ ਲਾ ਦਈਦੀ ਹੈ, ਜਾਂ ਕੋਈ ਕੰਮ ਕਰਨ ਵਾਲੇ ਆਉਣਗੇ ਜਾਂ ਹੋਰ ਕੋਈ ਆਊਗਾ ਤੇ ਮੰਜੀ ਦੇ ਦਾਂਗੇ। ਉਹ ਮੰਜੀ ਤੋਂ ਵੀ ਡਰ ਲੱਗਦਾ ਹੈ। ਹੁਣ 10 ਲੱਖ ਦਾ ਬੈੱਡ ਹੈ, 5 ਲੱਖ ਦਾ ਬੈੱਡ ਹੈ, 25,000 ਦਾ ਬੈੱਡ ਹੈ। ਕਦੀ ਕਿਸੇ ਨੇ ਆਖਿਆ ਕਿ ਬਾਹਰ ਕੱਢ ਕੇ ਲਾ ਦਈਏ। ਮੌਤ ਹੋਣ ਤੱਕ, ਜਦੋਂ ਤੱਕ ਘੁਰਲੂ ਵੱਜਦਾ ਬੰਦੇ ਦਾ, ਸਾਨੂੰ ਸਮਝ ਆ ਜਾਂਦੀ ਹੈ ਕਿ ਹੁਣ ਇਹਦਾ ਸਰੀਰ ਡੈੱਡ ਹੋਣ ਵਾਲਾ ਹੈ। ਬੰਦਾ ਕੀ ਕਰਦਾ, ਘਰ ਵਾਲੇ ਇੰਨੀ ਸਪੀਡ ਨਾਲ ਟੁੱਟੀ ਜੀ ਮੰਜੀ ਲੱਭਦੇ ਨੇ, ਉਹਦੇ ਤੇ ਪਾ ਦਿੰਦੇ ਨੇ, ਕਿਉਂਕਿ ਉਹ ਸੁੱਟਣੀ ਹੁੰਦੀ ਜਾਂ ਕਿਸੇ ਨੂੰ ਦੇਣੀ ਹੁੰਦੀ ਹੈ। ਗੁਰੂ ਨਾਨਕ ਸਾਹਿਬ ਆਖਣ ਲੱਗੇ, ਤੇਰੇ ਵਾਸਤੇ ਹੋਏਗਾ ਸਭ ਕੁਝ। ਉਦੋਂ ਮਹਾਰਾਜ ਨੇ ਸਾਰਾ ਹੀ ਸ਼ਬਦ ਕਿਹਾ, ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ। ਮਹਾਰਾਜ ਜੀ ਨੇ ਸਾਰਾ ਹੀ ਸ਼ਬਦ ਇਹ ਉਚਾਰਨ ਕਰ ਦਿੱਤਾ। ਉਦੋਂ ਇਹ ਸ਼ਬਦ ਪਾਵਨ ਕਹਿ ਕੇ ਗੁਰੂ ਸਾਹਿਬ ਨੇ ਸੁਚੇਤ ਕੀਤਾ ਸੰਗਤ ਜੀ। ਧੰਨ ਸੀ ਗੁਰੂ ਨਾਨਕ ਸਾਹਿਬ, ਜਿਨ੍ਹਾਂ ਨੇ ਆਪਣੇ ਇਸ ਤਰੀਕੇ ਨਾਲ ਸ਼ਬਦ ਦੀ ਚੋਟ ਨਾਲ ਸੇਠ ਦੁਨੀ ਚੰਦ ਫਿਰ ਇੰਨਾ ਮੋਹਿਤ ਹੋਇਆ ਗੁਰੂ ਸਾਹਿਬ ਤੇ। ਫਿਰ ਇਹਨੇ ਇੱਕ ਜੱਗ ਕਰਨਾ ਸੀ ਘਰ ਵਿੱਚ, ਤੇ ਗੁਰੂ ਸਾਹਿਬ ਕਹਿੰਦੇ ਸਾਲ ਪਿੱਛੋਂ ਹੀ ਸਰਾਧ ਕਰਦੇ ਪਿਤਾ ਦਾ। ਹਾਂ ਮਹਾਰਾਜ ਜੀ ਕਰਦਾ। ਕਹਿੰਦੇ ਜੇ ਸਰਾਧ ਕਰਦੇ ਤੇ ਪਿਓ ਤੱਕ ਤੇ ਖੀਰ ਨਹੀਂ ਜਾ ਰਹੀ ਹੈ, ਪੂਰੀਆਂ ਨਹੀਂ ਜਾ ਰਹੀਆਂ। ਆ ਤੂੰ ਇੰਨਾ ਬਸਤਰ ਅੰਨਦਾਨ ਕਰਦਾ ਤੇ ਕਿਣਕਾ ਮਾਤਰ ਵੀ ਨਹੀਂ ਜਾ ਰਿਹਾ। ਕਹਿੰਦਾ ਮਹਾਰਾਜ ਜੀ ਮੈਨੂੰ ਤੇ ਕਈ ਸਾਲ ਹੋ ਗਏ ਨੇ। ਤੇ ਗੁਰੂ ਸਾਹਿਬ ਕਹਿੰਦੇ ਤੇਰਾ ਪਿਓ ਤੇ ਅਜੇ ਵੀ ਤੇਰੇ ਪਿਓ ਦੀ ਖਰੀਦੀ ਹੋਈ ਜ਼ਮੀਨ, ਜਿੱਥੇ ਜੰਗਲ ਬੀਆਬਾਨ ਹੈ, ਉਸ ਕੰਡਿਆਲੀ ਦੇ ਵਿੱਚ ਬਗਿਆੜ ਦੀ ਜੂਨੀ ਚ ਪਿਆ ਹੋਇਆ। ਚਲੋ ਮਹਾਰਾਜ ਜੀ ਸ਼ੰਕਾ ਦੂਰ ਕਰੋ। ਚਲੇ ਗਏ। ਮਹਾਰਾਜ ਨੇ ਜਲ ਦਾ ਛੱਟਾ ਮਾਰਿਆ, ਉਹਦੀ ਆਤਮਾ ਨਾਲ ਗੱਲ ਕਰਾਈ। ਇਸੇ ਤਰ੍ਹਾਂ ਫਿਰ ਉਹਦੀ ਮੁਕਤੀ ਤੇ ਆ ਜਿਹੜਾ ਲਾਹੌਰ ਕਰਤਾਰਪੁਰ ਬਣਿਆ ਹੈ ਨਾ, ਕਰਤਾਰਪੁਰ ਸਾਹਿਬ, ਇਹ ਸਾਰੀ ਜ਼ਮੀਨ ਸੇਠ ਦੁਨੀ ਚੰਦ ਦੀ ਸੀ। ਫਿਰ ਉਹਨੇ ਸਾਰੀ ਜ਼ਮੀਨ ਗੁਰੂ ਨਾਨਕ ਸਾਹਿਬ ਦੇ ਨਾਂ ਕਰਨ ਲੱਗਾ। ਗੁਰੂ ਸਾਹਿਬ ਨੇ ਫਿਰ ਉਹ ਗੱਲ ਕਹੀ ਕਿ ਤੇਰੇ ਨਾਮ ਤੋਂ ਬਿਨਾ ਕੁਛ ਨਹੀਂ ਹੈ, ਇਹ ਜ਼ਮੀਨ ਵੀ ਛਲ ਰੂਪ ਹੈ। ਕਹਿੰਦਾ ਮਹਾਰਾਜ ਜੀ ਛਲ ਰੂਪ ਹੈ, ਤੁਹਾਡੇ ਨਾਮ ਦਾ ਮੈਂ ਨਗਰ ਵਸਾਉਣਾ ਵੈ। ਗੁਰੂ ਸਾਹਿਬ ਕਹਿੰਦੇ ਸਾਡਾ ਨਾਮ ਕੀ ਪਤਾ ਕਿਸੇ ਨੇ ਲੈਣਾ ਕਿ ਨਹੀਂ ਲੈਣਾ। ਜੇ ਨਗਰ ਹੀ ਵਸਾਉਣਾ ਤੇ ਫਿਰ ਕਰਤਾਰਪੁਰ ਸਾਹਿਬ ਵਸਾ। ਮਾਇਆ ਛਲ ਰੂਪ ਖੇਡਦੀ ਹੈ। ਇਸ ਕਰਕੇ ਨਾਨਕ ਵਖਾਣੈ ਬੇਨਤੀ, ਤੁਧ ਬਾਜ ਕੂੜੋਂ
ਕੂੜ ਸੰਗਤ ਜੀ ਅੱਜ ਉਹ ਦਿਨ ਹੈ ਜਿਸ ਦਿਨ 10ਵੇਂ ਪਾਤਸ਼ਾਹ ਦੇ ਲਖਤੇ ਜਿਗਰ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ, ਅੱਜ 13 ਪੋਹ ਹੈ। ਆ ਜਿਹੜਾ ਸਮਾਂ ਚੱਲ ਰਿਹਾ ਹੈ ਨਾ, ਹੁਣ 10:15 ਵਜੇ ਇਤਿਹਾਸਕਾਰਾਂ ਲਿਖਿਆ 10:10 ਤੇ ਬਾਬਾ ਜੋਰਾਵਰ ਸਿੰਘ ਜੀ ਚੜ੍ਹਾਈ ਕਰ ਚੁੱਕੇ ਸੀ, ਸ਼ਹੀਦੀ ਪਾ ਚੁੱਕੇ ਸੀ, ਕਿਉਂਕਿ 1.5 ਮਿੰਟ ਦਾ ਸਮਾਂ ਲਿਖਿਆ ਹੈ, ਕਿਉਂਕਿ ਛਾਛਲ ਤੇ ਬਾਛਲ ਬੇਗ ਨੇ ਸਾਹ ਰਗ ਨਾੜੀ ਵੱਢ ਦਿੱਤੀ ਸੀ ਬੱਚਿਆਂ ਦੀ। ਆ ਸਮਾਂ ਹੋਏਗਾ ਸੰਗਤ ਜੀ, ਦੇਖੋ 6 ਪੋਹ ਤੋਂ ਅਨੰਦਪੁਰ ਸਾਹਿਬ ਨੂੰ ਛੱਡ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਥਾਨ ਤੇ ਪ੍ਰਣਾਮ ਕਰਕੇ ਫਿਰ ਉਹ ਸਰਸਾ ਨਦੀ ਤੇ 3 ਹਿੱਸਿਆਂ 'ਚ ਪਾਤਸ਼ਾਹ ਦਾ ਪਰਿਵਾਰ ਹੁੰਦਾ ਹੈ। ਇੱਕ ਹਿੱਸਾ ਚਮਕੌਰ ਸਾਹਿਬ ਨੂੰ ਨਿਕਲਦਾ ਹੈ, ਇੱਕ ਹਿੱਸਾ ਦਿੱਲੀ ਨੂੰ ਭਾਈ ਜਵਾਹਰ ਸਿੰਘ ਦੇ ਘਰ ਭਾਈ ਮਣੀ ਸਿੰਘ ਨਾਲ ਚੱਲਦਾ ਹੈ, ਇੱਕ ਹਿੱਸਾ ਮਾਤ ਗੁਜਰ ਕੌਰ ਜੀ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਪਤਾ ਨਹੀਂ ਕਿਹੜੇ ਰਸਤੇ ਤੁਰੇ ਜਾਂਦੇ ਨੇ। ਤੇ ਅੱਗੋਂ ਸੰਗਤ ਜੀ ਇੱਕ ਡੇਰਾ ਝੁੱਗੀ ਆਉਂਦੀ ਹੈ ਦਰਿਆ ਦੇ ਕੰਢੇ ਤੇ, ਜਿੱਥੇ ਕੰਮੋ ਮਾਸ਼ਕੀ ਰਹਿੰਦਾ ਹੈ। ਧੰਨ ਬਾਬਾ ਮੋਤੀ ਰਾਮ ਮਹਿਰਾ ਜੀ ਦਾ ਮਾਸੀ ਦਾ ਮੁੰਡਾ। ਬੜੀ ਉਡੀਕ ਸੀ ਕਦੋਂ ਸਤਿਗੁਰੂ ਆਉਣਗੇ, ਕਦੋਂ ਚਰਨ ਪਾਉਣਗੇ। ਮਾਛੀ ਦਾ ਕੰਮ ਹੁੰਦਾ ਹੈ ਦਰਿਆਵਾਂ ਦੇ ਕੰਢਿਆਂ ਤੇ ਜਾਲ ਬੁਣਨੇ, ਤੇ ਜਾਂ ਸੰਗਤ ਜੀ ਫਿਰ ਬੇੜੀਆਂ ਪਾ ਕੇ ਦਰਿਆ ਤੋਂ ਮੁਸਾਫਰਾਂ ਨੂੰ ਪਾਰ ਕਰਨਾ। ਉਸ ਦਿਨ ਫਿਰ ਲਾਗੇ ਇੱਕ ਲక్ష్ਮੀ ਬ੍ਰਾਹਮਣੀ ਸੀ, ਉਹਨੇ ਪ੍ਰਸ਼ਾਦਾ ਛਕਿਆ। ਛੋਟੇ ਜੇ ਨੰਨੇ ਜੇ ਬੱਚੇ ਪੁੱਛਦੇ, ਦਾਦੀ ਮਾਂ ਅਨੰਦਪੁਰ ਜਾਵਾਂਗੇ? ਅੱਗੋਂ ਜਵਾਬ ਆਉਂਦਾ, ਪੁੱਤਰ ਜੀ ਪਤਾ ਨਹੀਂ ਹੁਣ ਅਨੰਦਪੁਰ ਵੇਖਣਾ ਕਿ ਨਹੀਂ ਵੇਖਣਾ, ਇਹ ਨਹੀਂ ਪਤਾ ਰੱਬ ਦੀ ਰਜ਼ਾ ਦਾ ਕਿ ਰੱਬ ਨੇ ਲੈ ਕਿੱਧਰ ਜਾਣਾ। ਉਹਦੀ ਕੁਦਰਤ ਹੈ ਨਾ ਸੰਗਤ ਜੀ। ਵਕਤ ਦਾ ਬੇਲੀ ਹਰ ਕੋਈ ਬਣਦਾ, ਸ਼ਾਲਾ ਵਕਤ ਨਾ ਖਾਵੇ ਡੋਲੇ। ਦੁਸ਼ਮਣ ਬਣ ਸੱਜਣ ਬਣ, ਦੁਸ਼ਮਣ ਬਹਿੰਦੇ ਜਦੋਂ ਵਕਤ ਨੂੰ ਪੈਂਦੇ ਰੋਲੇ। ਵਕਤ ਸਲਾਮਤ ਹੋਵੇ ਮਾਹੀ, ਸੱਜਣ ਆਣ ਖਲੋਂਦੇ ਨੇ ਕੋਲੇ। ਗੁਲਾਮ ਫਰੀਦਾ ਇੱਕੋ ਵਕਤ ਨਾ ਰਹਿੰਦਾ, ਕਦੇ ਮਾਸਾ ਤੇ ਕਦੇ ਤੋਲੇ। ਕਦੀ ਇੱਕੋ ਜਿਹਾ ਵਕਤ ਨਹੀਂ ਰਹਿੰਦਾ। ਬਾਦਸ਼ਾਹਾਂ ਨੂੰ ਵੀ ਉਹ ਘਾਈਆ ਬਣਾ ਦਿੰਦਾ ਤੇ ਘਾਈਆਂ ਨੂੰ ਵੀ ਸੰਗਤ ਜੀ ਬਾਦਸ਼ਾਹ ਬਣਾ ਦਿੰਦਾ। ਇੱਕ ਰਾਤ ਕੰਮੋ ਮਾਸ਼ਕੀ ਦੇ ਡੇਰੇ ਤੇ ਬਤੀਤ ਹੁੰਦੀ। ਇਤਿਹਾਸਕਾਰ ਲਿਖਦੇ ਨੇ ਕਿ ਇੱਥੇ ਗੰਗੂ ਬ੍ਰਾਹਮਣ ਮਿਲਿਆ ਹੈ। ਅਸਲ ਵਿੱਚ ਜਦੋਂ ਮਨ ਨੂੰ ਹਲਕਾ ਹੁੰਦਾ ਹੈ ਨਾ ਲਾਲਚ ਦਾ ਸੰਗਤ ਜੀ, ਕੁੱਤਾ ਤੇ ਉਹੀ ਪਾਲਿਆ ਹੁੰਦਾ ਘਰ ਵਿੱਚ, ਜਿਹੜਾ ਕੁੱਤਾ ਉਹ ਮਾਲਕ ਦੇ ਕਦੀ ਪੈਰ ਚੁੰਮਦਾ, ਕਦੀ ਅੱਗੇ ਕਦੀ ਪਿੱਛੇ। ਕਿਸੇ ਕਾਰਨ ਉਹਨੂੰ ਹਲਕਾ ਹੋ ਜੇ ਤੇ ਆਪਣੇ ਮਾਲਕ ਨੂੰ ਵੀ ਵੱਢ ਖਾਂਦਾ ਹੈ। ਇਹਦਾ ਜ਼ਿਕਰ ਕੀਤਾ ਗੁਰੂ ਨਾਨਕ ਸਾਹਿਬ ਨੇ, ਲੱਭ ਕੁੱਤਾ ਕੂੜ ਚੂੜਾ ਠੱਗ ਖਾਧਾ ਮੁਰਦਾ। ਲੱਭ ਜਦੋਂ ਵੱਧ ਜੇ ਨਾ ਤੇ ਭਰਾ ਭਰਾ ਨੂੰ ਵੀ ਨਹੀਂ ਛੱਡਦਾ, ਭੈਣ ਭਰਾ ਨੂੰ ਨਹੀਂ ਛੱਡ ਰਹੀ ਹੈ। ਕਲਯੁਗ ਦਾ ਲੱਛਣ ਵੀ ਇਹ ਹੋਏਗਾ, ਪਿਓ ਪੁੱਤਰ ਨੂੰ ਨਹੀਂ ਛੱਡੇਗਾ, ਪੁੱਤਰ ਪਿਓ ਨੂੰ ਨਹੀਂ ਛੱਡੇਗਾ। ਇਸ ਚੰਡ ਟੁਕੜੇ ਮਾਇਆ ਦੀ ਖਾਤਰ ਇੱਕ ਦੂਜੇ ਦਾ ਈਮਾਨ ਗਵਾਚ ਜਾਏਗਾ। ਕਾਜੀ ਝੂਠ ਬੋਲਣਗੇ, ਝੂਠ ਬੋਲ ਕੇ ਮਾਇਆ ਦੇ ਲਾਲਚ ਵਿੱਚ ਸ਼ਰਅ ਦੇ ਮੁਤਾਬਕ ਗਲਤ ਬਿਆਨਬਾਜ਼ੀ ਕਰਨਗੇ। ਬਸ ਉਹੀ ਸਮਾਂ ਬਣਨਾ ਸੀ। ਗੰਗੂ ਬ੍ਰਾਹਮਣ ਆਇਆ ਜਦੋਂ ਮਾਂ ਤੁਰਨ ਲੱਗੀ ਨਾ ਕੰਮੋ ਮਾਸ਼ਕੀ ਦੇ ਡੇਰੇ ਤੋਂ, ਕਿਉਂਕਿ ਜਬਰੀ ਮੁਸਲਮਾਨ ਕੀਤਾ ਜਾਂਦਾ ਸੀ। ਤੇ ਸੰਗਤ ਜੀ ਉਹ ਮਾਇਆ ਵਾਲੀ ਖੁਰਜੀ ਸੀ। ਤੇ ਮਾਂ ਨੇ ਥੋੜੀਆਂ ਜੀਆਂ ਮੋਹਰਾਂ ਕੱਢੀਆਂ, ਜਿੱਥੋਂ ਗੰਗੂ ਦਾ ਮਨ ਲਾਲਚ ਵਿੱਚ ਆਇਆ ਹੈ। ਹੁਣ ਜਦੋਂ ਉਹ ਮੋਹਰਾਂ ਕੱਢੀਆਂ ਤੇ ਕੰਮੋ ਮਾਸ਼ਕੀ ਨੂੰ ਦੇਣ ਲੱਗੇ, ਤੇ ਕੰਮੋ ਮਾਸ਼ਕੀ ਆਖਣ ਲੱਗਾ, ਨਹੀਂ ਮਾਂ ਜੀ ਅਜੇ ਪਤਾ ਨਹੀਂ ਪੈਂਦਾ ਅਗਲਾ ਕਿੱਦਾਂ ਦਾ ਤੇ ਕਿੱਦਾਂ ਦਾ ਨਹੀਂ, ਤੁਸੀਂ ਇਹ ਮਾਇਆ ਕੋਲ ਰੱਖੋ। ਬਸ ਉੱਥੋਂ ਹੀ ਮਨ ਨੂੰ ਲਾਲਚ ਇੰਨਾ ਜਕੜ ਗਿਆ, ਇਹਨੇ ਦਰਿਆ ਪਾਰ ਕਰਾਇਆ। ਦਰਿਆ ਪਾਰ ਕਰਨ ਤੋਂ ਇਹਨੂੰ ਪਤਾ ਸੀ ਗੰਗੂ ਬ੍ਰਾਹਮਣ ਨੂੰ ਕਿ ਜੇਕਰ ਦਰਿਆ ਪਾਰ ਕੀਤਾ ਤੇ ਨਿਹੰਗ ਖਾਂ ਮਿਲ ਗਿਆ, ਤੇ ਨਿਹੰਗ ਖਾਂ ਨੇ ਝਟਪਟ, ਕਿਉਂਕਿ ਉਹ ਕੋਟਲੇ ਦਾ ਰਸਤਾ ਸੀ ਰੋਪੜ ਤੋਂ, ਇਹਨੇ ਵਿਉਂਤ ਬੱਧੀ ਇਹੋ ਜੀ ਬਣਾਈ ਮਨੋ ਮਨ। ਦੇਖੋ ਜਦੋਂ ਬੰਦਾ ਲਾਲਚ ਵਿੱਚ ਫਸਦਾ ਹੈ ਨਾ, ਫਿਰ ਕਈ ਤਰੀਕੇ ਸੋਚੀ ਜਾਂਦਾ ਹੈ, ਬਾਰ-ਬਾਰ ਉਸ ਚੀਜ਼ ਨੂੰ ਉਹ ਰਿਪਲੀਟ ਆਪਣੇ ਅੰਦਰ ਕਰੀ ਜਾਂਦਾ ਹੈ। ਸੋਚਦਾ ਗਿਆ
ਜਿੱਦਾਂ ਵੀ ਹੋਏ ਇਹਨਾਂ ਨੂੰ ਕੋਟ ਨਿਹੰਖਾਂ ਕੋਲ ਨਹੀਂ ਪਹੁੰਚਣਾ ਚਾਹੀਦਾ, ਕਿਉਂਕਿ ਉਹ ਮਹਾਰਾਜ ਦਾ ਸ਼ਰਧਾਲੂ ਸੀ। ਤੇ ਮਹਾਰਾਜ ਜੀ ਚਮਕੌਰ ਸਾਹਿਬ ਤੋਂ ਪਹਿਲਾਂ ਭਾਈ ਬਚਿੱਤਰ ਸਿੰਘ ਨੂੰ ਉਹਦੇ ਕੋਲ ਘਰ ਛੱਡ ਕੇ ਜਾਂਦੇ ਨੇ। ਇਹਨੇ ਉੱਥੋਂ ਹੀ ਰਸਤਾ ਬਦਲ ਲਿਆ। ਕਹਿੰਦਾ ਮਾਂ ਪਤਾ ਨਹੀਂ ਅੱਗੇ ਫੌਜ ਕਿੰਨੀ ਹੈ ਕਿੰਨੀ ਕਿ ਨਹੀਂ, ਕਿਉਂ ਨਾ ਹੋਵੇ ਕਿ ਅਸੀਂ ਇਸ ਰੋਪੜ ਦੇ ਜੰਗਲਾਂ ਵੱਲੋਂ ਦੀ ਚੱਲੀਏ। ਫਿਰ ਇਹ ਕੀਰੀ ਪਿੰਡ ਤੋਂ ਹੁੰਦਿਆਂ ਹੋਇਆਂ ਉੱਥੇ ਇੱਕ ਰਾਤ ਫਿਰ ਵਿਸ਼ਰਾਮ ਕੀਤੀ ਹੈ, ਕਿਉਂਕਿ ਚੱਕ ਢੇਰਾ ਤੋਂ ਕੰਮੋ ਮਾਸ਼ਕੀ ਤੋਂ 27 ਕਿਲੋਮੀਟਰ ਸੀ ਕਾਰੀ ਪਿੰਡ। ਉੱਥੇ ਰਾਤ ਠਹਿਰੇ ਨੇ। ਉੱਥੇ ਦੀ ਕੋਈ ਹੈਗੀ ਸੀ ਮਿਲਵਰਤਨ ਸੀ, ਉੱਥੇ ਠਹਿਰੇ। ਪਰ ਮਨ ਬਾਰ-ਬਾਰ ਸੋਚੀ ਜਾਂਦਾ ਕਦੋਂ ਪਹੁੰਚਾਂ ਤੇ ਕਿਸੇ ਤਰੀਕੇ ਨਾਲ ਮਾਇਆ ਖੋਹ ਲਵਾਂ ਇਹਨਾਂ ਦੇ ਕੋਲ। ਹੋ ਸਕਦਾ ਗੰਗੂ ਨੇ ਰਾਹ 'ਚ ਵੀ ਵਿਉਂਤ ਬਣਾਈ ਹੋਏ ਕਿ ਜਾਂ ਮਾਰ ਦੇਵਾਂ ਇਹਨਾਂ ਨੂੰ, ਜੰਗਲ ਬੀਆ ਬਾਣ ਹੈ, ਆਪੀ ਜਾਨਵਰ ਖਾ ਜਾਣਗੇ। ਫਿਰ ਨਾ ਉੱਥੋਂ 3 ਕਿਲੋਮੀਟਰ ਸੀ ਗੰਗੇ ਦਾ ਪਿੰਡ ਸਹੇੜੀ, ਜਿਹਨੂੰ ਖੇੜੀ ਵੀ ਕਿਹਾ ਸਹੇੜੀ ਵੀ ਕਿਹਾ ਹੈ। ਕਹਿੰਦਾ ਮਾਂ ਦੁਪਹਿਰ ਦਾ ਸਮਾਂ, ਇਦਾਂ ਕਰ ਤੂੰ ਇੱਥੇ ਫਕੀਰ ਦੀ ਕੁਟੀਆ ਇੱਥੇ ਬੈਠੋ ਤੇ ਮੈਂ ਮਾਹੌਲ ਚਾਲ ਦੇਖ ਕੇ ਆਉਣਾ ਅੱਗੇ ਕਿ ਫੌਜ ਨੇ ਕੀ ਫਤਵਾ ਜਾਰੀ ਕੀਤਾ, ਕੀ ਬਿਆਨਬਾਜ਼ੀ ਹੋ ਰਹੀ ਹੈ। ਫਿਰ ਆਪਣੇ ਘਰ ਖੜਾਂਗਾ ਤੁਹਾਨੂੰ। ਉੱਥੋਂ 2-3 ਕਿਲੋਮੀਟਰ ਸੀ ਇਹ ਚਲਿਆ ਜਾਂਦਾ ਹੈ ਤੇ ਉਧਰੋਂ ਸ਼ਾਮ ਢਲਦੀ ਜਾਂਦੀ ਰਾਤ ਹੋਏਗੀ, ਫਿਰ ਚੱਲਾਂਗੇ। ਇੱਥੇ ਇੱਕ ਫਕੀਰ ਰਹਿੰਦਾ ਸੀ। ਉਹਨੇ ਆ ਕੇ ਦੇਖਿਆ ਜਿੱਥੇ ਅੱਜ ਗੁਰਦੁਆਰਾ ਸਾਹਿਬ ਬਣਿਆ ਹੈ, ਚੱਕ ਟੇਰਾ ਵੀ ਬਣਿਆ, ਉਸ ਪਿੰਡ ਵਿੱਚ ਬਾਬੇ ਸ਼ਹੀਦ ਗੁਰਦੁਆਰਾ ਸਾਹਿਬ ਵੀ ਬਣਿਆ। ਤੇ ਗੁਰੂ ਸਾਹਿਬ ਜੀ ਦੇ ਉਹ ਜਦੋਂ ਮਾਂ ਨੂੰ ਦੇਖਿਆ ਤੇ ਬੱਚਿਆਂ ਨੂੰ ਦੇਖਿਆ ਤੇ ਫਕੀਰ ਪੁੱਛਦਾ ਤੁਸੀਂ ਕੌਣ ਹੋ? ਤੇ ਮਾਂ ਆਖਣ ਲੱਗੀ ਅਸੀਂ ਰਹੀਏ ਹਾਂ। ਕਿੱਥੇ ਜਾਣਾ? ਕਹਿੰਦੇ ਅਸੀਂ ਸਹੇੜੀ ਜਾਣਾ ਵੈ। ਕਹਿੰਦਾ ਚਲੋ ਕੋਈ ਗੱਲ ਨਹੀਂ, ਤੁਸੀਂ ਵਿਸ਼ਰਾਮ ਕਰੋ ਤੇ ਚਲੇ ਜਾਇਓ, ਰਾਤ ਦਾ ਸਮਾਂ ਹੈ। ਉਹ ਫਕੀਰ ਆਪਣੀ ਮੌਤ 'ਚ ਬਾਹਰ ਚਲਿਆ ਗਿਆ। ਪਰ ਉਹਨੇ ਦੇਖ ਲਿਆ ਇਹਨਾਂ ਦੇ ਚਿਹਰਿਆਂ ਤੋਂ ਲੱਗਦਾ ਕੋਈ ਆਮ ਰੂਹਾਂ ਨਹੀਂ ਹੈ, ਇਹ ਕੋਈ ਪੂਜੀਆਂ ਹੋਈਆਂ ਰੂਹਾਂ। ਉਹਨੇ ਨਮਸਕਾਰ ਕੀਤੀ, ਚਲਿਆ ਗਿਆ। ਰਾਤ ਪੈਂਦੀ ਗੰਗੂ ਆਉਂਦਾ ਹੈ। ਗੰਗੂ ਆਪਣੇ ਨਾਲ ਘਰ ਖੜਦਾ ਹੈ ਤੇ ਜਦੋਂ ਗੰਗੂ ਘਰ ਖੜਦਾ ਤੇ ਜਾਂਦਿਆਂ ਹੀ ਮਾਂ ਕਹਿੰਦੀ ਥੋੜੇ ਜਿਹੇ ਪਤਾਸੇ ਲੈ ਕੇ ਆ, ਪਤਾਸੇ ਛਕਣੇ ਨੇ ਥੋੜੇ ਜਿਹੇ। ਪਤਾਸੇ ਲਿਆਂਦੇ ਕਿਉਂਕਿ ਪ੍ਰਸ਼ਾਦਾ ਤੇ ਉਹ ਲక్ష్ਮੀ ਬ੍ਰਾਹਮਣੀ ਦੇ ਘਰ ਦਾ ਹੀ ਛਕਿਆ ਸੀ। ਉਸ ਤੋਂ ਬਾਅਦ ਸਾਹਿਬਜ਼ਾਦਿਆਂ ਨੂੰ ਪ੍ਰਸ਼ਾਦਾ ਨਸੀਬ ਹੀ ਨਹੀਂ ਹੋਇਆ। ਤੇ ਸੰਗਤ ਜੀ ਪਤਾਸੇ ਛਕੇ ਨੇ। ਹੌਲੀ ਜੀ ਜਾ ਕੇ ਮਾਂ ਸੋਭੀ ਨੂੰ ਆਖਣ ਲੱਗਾ ਮਾਂ ਇੱਕ ਕੰਮ ਕਰ, ਜ਼ਹਿਰ ਮੈਂ ਦਿੰਨਾ, ਦੁੱਧ ਵਿੱਚ ਤੂੰ ਪਾ, ਤਿੰਨਾਂ ਨੂੰ ਪਿਲਾ ਦਿੰਨੇ ਆ। ਲਾਗੇ ਹੰਸਲਾ ਨਦੀ ਵਗਦੀ ਹੈ, ਉਹਦੇ 'ਚ ਰੋੜ ਦਾਂਗੇ, ਜਾਂ ਜੰਗਲ ਬੀਆ ਬਾਣ ਹੈ, ਆਪੀ ਜਾਨਵਰ ਖਾ ਜਾਣਗੇ, ਤਿੰਨਾਂ ਨੂੰ ਹੀ ਮਾਰ ਦਈਏ। ਦੇਖੋ ਸੰਗਤ ਜੀ ਜਦੋਂ ਮਨ ਲਾਲਚ ਵਿੱਚ ਆਉਂਦਾ ਤੇ ਕਿੱਥੇ ਉਤਰ ਜਾਂਦਾ ਹੈ। 21 ਸਾਲ ਰਸੋਈਆ ਰਹਿਣ ਵਾਲਾ ਗੰਗੂ ਬ੍ਰਾਹਮਣ 1 ਸੈਕਿੰਡ ਦੇ ਅੰਦਰ ਸਭ ਕੁਝ ਹੀ ਭੁਲਾ ਕੇ ਬੈਠ ਗਿਆ। ਸਭ ਕੁਝ ਉਹਨੇ ਛੱਡ ਦਿੱਤਾ, ਲਾਲਚੀ ਲਾਲਚ ਬਸ। ਹੁਣ ਰਾਤ ਪੈਂਦੀ ਹੈ, ਦੁੱਖ ਦੇ ਸਮੇਂ ਨੀਂਦ ਨਹੀਂ ਆਉਂਦੀ ਸੰਗਤ ਜੀ, ਕਿਉਂਕਿ ਦੁੱਖ ਵਾਲੀ ਰਾਤ ਜਿਹੜੀ ਹੈ ਉਹ ਬੜੀ ਲੰਮੀ ਹੁੰਦੀ ਹੈ ਤੇ ਸੁੱਖ ਵਾਲੀ ਰਾਤ ਜਿਹੜੀ ਹੈ ਨਾ ਸੰਗਤ ਜੀ ਉਹ ਬੜੀ ਛੋਟੀ ਹੁੰਦੀ ਹੈ। ਤੋ ਮੇਰੇ ਪਾਤਸ਼ਾਹ ਗਰੀਬ ਨਵਾਜ਼ ਦੇ ਮਾਤਾ ਜੀ ਬੈਠੇ ਨੇ, ਦੇਖ ਲਿਆ ਰਾਤ ਮਾਇਆ, ਇਹਨੇ ਟੋਵਾ ਕੱਢਿਆ, ਮਾਇਆ ਨੱਪ ਦਿੱਤੀ। ਸਵੇਰ ਹੁੰਦੀ ਬਸ ਦੁੱਧ ਛਕਿਆ, ਰਾਤ ਸੌਂ ਗਏ ਨੇ। ਸਵੇਰ ਹੋਈ ਨਿਤਨੇਮ ਕੀਤਾ, ਮਾਂ ਨੇ ਸਾਹਿਬਜ਼ਾਦਿਆਂ ਨੂੰ ਤਿਆਰ ਕੀਤਾ ਵੈ ਤੇ ਆਖਣ ਲੱਗੇ ਗੰਗਿਆ ਮਾਇਆ ਤੂੰ ਕਿੱਥੇ ਰੱਖੀ ਹੈ? ਸਾਂਭ ਲਈ ਮਾਇਆ, ਤੇਰੇ ਕੰਮ ਆਏਗੀ। ਕਹਿੰਦਾ ਮਾਂ ਚੋਰ ਕਹਿੰਦੇ ਹੋ ਮੈਨੂੰ? ਕਹਿੰਦਾ ਅਸੀਂ ਤੇ ਮਾਇਆ ਲਈ ਨਹੀਂ ਤੁਹਾਡੀ, ਅਸੀਂ ਚੋਰ ਥੋੜੀ ਆ ਕਿ ਮਾਇਆ ਇੱਕ ਪਨਾਹ ਦਿੱਤੀ ਤੁਹਾਨੂੰ ਘਰ 'ਚ। ਬਾਗੀ ਐਲਾਨਿਆ ਗਿਆ, ਹਕੂਮਤ ਸਰਕਾਰ ਵੱਲੋਂ ਬਾਗੀ ਹੈ ਕਿ ਜਿਹੜਾ ਇਹਨਾਂ ਦੀ ਮਦਦ ਕਰੇਗਾ ਉਹਦੇ ਪਰਿਵਾਰ ਨੂੰ ਜੁੰਦਿਆਂ ਕੋਲੂ 'ਚ ਪੀੜ ਦਿੱਤਾ ਜਾਏਗਾ। ਮਾਂ ਕੀ ਮੈਂ ਚੋਰ ਤੈਨੂੰ ਦਿਸਦਾ? ਕਹਿੰਦੀ ਬੇਟਾ ਮੈਂ ਚੋਰ ਆਖਿਆ ਕਦੋਂ? ਮੈਂ ਤੇ ਚੋਰ ਕਿਹਾ ਹੀ ਨਹੀਂ ਤੈਨੂੰ, ਮੈਂ ਤੇ ਨਹੀਂ ਚੋਰ ਕਿਹਾ। ਆਪਣੀ ਘਰਵਾਲੀ ਨੂੰ ਪੁੱਛ ਲੈ। ਜਦੋਂ ਘਰਵਾਲੀ ਦਾ ਨਾਂ ਲਿਆ ਗੰਗੂ ਹੋਰ ਗੁੱਸੇ ਵਿੱਚ ਆ ਗਿਆ। ਚੋਰ ਬੰਦਾ ਹਮੇਸ਼ਾ ਥਿੜਕਦਾ ਸੰਗਤ ਜੀ, ਕੰਬਦਾ, ਉਹਦੇ ਬੁੱਲ ਕੰਬਦੇ ਨੇ, ਕਈ ਉਹ ਗੱਲਾਂ ਸੋਚਦਾ ਹੈ। ਬਸ ਇਹੋ ਜਿਹਾ ਗੁੱਸਾ ਚੜਿਆ। ਆਪਣੇ ਪਿੰਡ ਦੇ ਜਗੀਰਦਾਰ ਕੋ ਗਿਆ, ਚੌਧਰੀ ਕੋ ਗਿਆ। ਚੌਧਰੀ ਨੂੰ ਜਾ ਕੇ ਆਖਣ ਲੱਗਾ ਕਿ ਮੇਰੇ ਘਰ ਸਾਹਿਬਜ਼ਾਦੇ ਨੇ, ਗੁਰੂ ਗੋਬਿੰਦ ਸਿੰਘ ਦੀ ਮਾਂ ਗੁਜਰੀ ਹੈ,
ਤੇ ਜਦੋਂ ਮਾਂ ਗੁਜਰੀ ਹੈ ਤੇ ਜਾ ਕੇ ਗ੍ਰਿਫਤਾਰ ਕਰੋ। ਉਹਨੇ ਮਰਿੰਡੇ ਜਾ ਕੇ ਰਿਪੋਰਟ ਕੀਤੀ, ਉੱਥੋਂ ਮਾਨੀ ਖਾਂ ਆਉਂਦੇ ਨੇ, ਆ ਕੇ ਸਾਹਿਬਜ਼ਾਦਿਆਂ ਨੂੰ ਉਹ ਗ੍ਰਿਫਤਾਰ ਕਰਦੇ ਨੇ। ਹੱਥ ਘੜੀਆਂ ਬੇੜੀਆਂ ਲਾਈਆਂ ਜਾਂਦੀਆਂ। ਸੰਗਤ ਜੀ ਜਦੋਂ ਅਜੇ ਬਾਹਰ ਆਉਂਦੇ ਆ ਤੇ ਮਾਂ ਕਹਿੰਦੀ ਇੱਕ ਥੋੜ੍ਹਾ ਜਿਹਾ ਸਮਾਂ ਦਿਓ, ਗੰਗੇ ਨਾਲ ਗੱਲ ਕਰਨੀ ਹੈ। ਉਹ ਮਾਂ ਫਿਰ ਪਿੱਛੇ ਆਉਂਦੀ ਹੈ, ਕਹਿੰਦੀ ਗੰਗਿਆ ਤੈਨੂੰ ਪੰਥ ਬਖਸ਼ੇ ਚਾਹੇ ਨਾ ਬਖਸ਼ੇ, ਤੈਨੂੰ ਮੇਰਾ ਪੁੱਤਰ ਬਖਸ਼ੇ ਭਾਵੇਂ ਨਾ ਬਖਸ਼ੇ, ਪਰ ਮੇਰੇ ਅੰਦਰ ਮਾਂ ਦਾ ਹਿਰਦਾ, ਤੂੰ 21 ਸਾਲ ਮੈਨੂੰ ਪ੍ਰਸ਼ਾਦਾ ਛਕਾਇਆ, 21 ਸਾਲ ਤੂੰ ਸਾਡੇ ਘਰ ਰਿਹਾ ਵੈਂ, ਤੈਨੂੰ ਪੰਥ ਬਖਸ਼ੇ ਨਾ ਬਖਸ਼ੇ, ਪਰ ਅੱਜ ਮਾਂ ਗੁਜਰੀ ਨੇ ਤੈਨੂੰ ਫੇਰ ਬਖਸ਼ ਦਿੱਤਾ। ਇਦਾਂ ਦੀ ਸੀ ਮਾਂ ਗੁਜਰੀ। ਸੰਗਤ ਜੀ ਮਰਿੰਡੇ ਥਾਣੇ ਰਾਤ ਕੋਤਵਾਲੀ ਦੇ ਅੰਦਰ ਰਿਹਾ ਜਾਂਦਾ। ਆਰਡਰ ਸੀ ਹਕੂਮਤ ਦਾ ਕਿ ਪ੍ਰਸ਼ਾਦਾ ਨਹੀਂ ਦਿੱਤਾ ਜਾਣਾ। ਕੁਝ ਇਤਿਹਾਸਕਾਰ ਲਿਖਦੇ ਨੇ ਪ੍ਰਸ਼ਾਦਾ ਆਇਆ ਵੈ, ਪਰ ਮਾਂ ਨੇ ਇਹਨਾਂ ਦੇ ਘਰ ਦਾ ਪ੍ਰਸ਼ਾਦਾ ਨਹੀਂ ਛਕਿਆ। ਫਿਰ ਸੁੱਚੇ ਨੰਦ ਘਰੋਂ ਵੀ ਪ੍ਰਸ਼ਾਦਾ ਆਇਆ ਵੈ, ਪ੍ਰਸ਼ਾਦਾ ਨਹੀਂ ਛਕਿਆ ਗਿਆ। ਅਗਲੇ ਦਿਨ ਮਰਿੰਡੇ ਤੋਂ ਫਿਰ ਉਹ ਬੁਰਜ ਜਿਹੜਾ 139 ਫੁੱਟ ਲੰਬਾ ਸੀ, ਹੁਣ ਤੇ ਮਕਾ ਦਿੱਤਾ ਸਾਡੇ ਕਾਰ ਸੇਵਾ ਵਾਲਿਆਂ ਬਾਬਿਆਂ ਨੇ। ਪਹਿਲੀਆਂ ਤੇ ਸਾਰੀਆਂ ਨਿਸ਼ਾਨੀਆਂ ਹੀ ਮਕਾ ਲਈਆਂ ਇਹਨਾਂ ਨੇ, ਤੇ ਨਾ ਉਹ ਗੜੀ ਰਹੀ ਤੇ ਨਾ ਸੰਗਤ ਜੀ ਠੰਡਾ ਬੁਰਜ ਰਿਹਾ। ਸ਼ਿੰਗਾਰਨ ਦੀ ਕੀ ਲੋੜ ਹੁੰਦੀ ਹੈ, ਕੀ ਦੱਸਾਂਗੇ ਬੱਚਿਆਂ ਨੂੰ। ਹੁਣ ਤੇ ਉਹ ਸਾਰਾ ਰਹਿ ਗਿਆ ਵੈ 10-12 ਫੁੱਟ। 139 ਧਰਤੀ ਦੇ ਲੈਵਲ ਤੋਂ ਸਰਹੰਦ ਵਿੱਚ 18 ਬੁਰਜ ਸੀ, ਪਰ ਇਹ ਸਭ ਤੋਂ ਵੱਡਾ ਬੁਰਜ ਸੀ। ਇਹਦੇ ਵਿੱਚ ਉਹ ਪੱਥਰ ਲੱਗਾ ਸੀ ਜਿਸ ਪੱਥਰ ਵਿੱਚ ਗਰਮੀ ਅੰਦਰ ਇਹ ਤਰੰਗਾ ਪੱਥਰ ਛੱਡਦਾ ਸੀ ਆਪਣੀਆਂ। ਠੰਡੀ ਰੁੱਤ ਉਹ ਬਣਾ ਦਿੰਦਾ ਸੀ, ਕਿਉਂਕਿ ਬਿਲਕੁਲ ਹੰਸਲਾ ਨਦੀ ਦੇ ਨਾਲ ਲਾਗੇ ਜੰਗਲ ਸੀ। ਹਾੜ ਦੇ ਮਹੀਨੇ ਵਿੱਚ ਜਦੋਂ ਤਪਸ਼ ਪੈਂਦੀ ਹੈ, ਉਹ ਗਰਮੀ ਦੀ ਹੀਟ ਵੱਜਦੀ ਸੀ, ਤਰੰਗਾਂ ਤਾਂ ਉੱਠਦੀਆਂ ਸੀ। ਤੇ 139 ਫੁੱਟ ਤਾਂ ਜਾ ਕੇ ਉਸ ਕਮਰੇ ਨੂੰ ਜਿਹਦੇ ਅੰਦਰ ਕੋਈ ਵੀ ਦੀਵਾਰ ਨਹੀਂ ਹੈ, ਇਹ ਬੁਰਜ ਦੇ ਅੰਦਰ ਕੋਈ ਦੀਵਾਰ ਨਹੀਂ, ਕੱਲੇ ਪਿੱਲਰ ਲੱਗੇ ਹੋਏ ਸੀ। ਤੇ ਸੰਗਤ ਜੀ ਉੱਥੇ ਠੰਡੀਆਂ ਹਵਾਵਾਂ। ਇਤਿਹਾਸ ਲਿਖਦਾ ਕਿ ਹਾੜ ਦੇ ਮਹੀਨੇ ਵਿੱਚ ਵੀ ਠੰਡੇ ਬੁਰਜ ਵਿੱਚ ਉਹ ਬਹਿ ਸਕਦਾ ਸੀ ਜਿਹਦੇ ਕੋਲ ਕੋਈ ਗਰਮ ਕੱਪੜਾ ਹੁੰਦਾ ਸੀ। 139 ਫੁੱਟ ਧਰਤੀ ਤੋਂ ਹੁਣ ਆਪਾਂ ਕਿੰਨੇ ਫੁੱਟ ਬੈਠੇ ਆ? 12-13 ਫੁੱਟ ਹੋਵਾਂਗੇ, ਵੱਧ ਤੋਂ ਵੱਧ 14 ਫੁੱਟ ਹੋਵਾਂਗੇ। ਤੇ ਜੇ ਚਾਨਣੀਆਂ ਲਾ ਦਈਏ ਤੇ ਸੰਗਤ ਜੀ ਬਹਿਣਾ 1 ਮਿੰਟ ਵੀ ਔਖਾ ਹੋ ਜਾਏਗਾ। ਸਿਆਪੀ ਲੇਵਲ ਲਾ ਲਓ ਧਰਤੀ ਦਾ ਕਿੰਨੇ ਫੁੱਟ, 139 ਫੁੱਟ ਤਾਂ ਚਲਿਆ ਗਿਆ। ਉਸ ਠੰਡੀਆਂ ਰਾਤਾਂ 3 ਰਾਤ ਠੰਡੇ ਬੁਰਜ ਬਤੀਤ ਕੀਤੀ ਹੈ। ਧਨ ਮੋਤੀ ਜਿਨ ਪੁੰਨ ਕਮਾਇਆ, ਗੁਰ ਲਾਲਾਂ ਤਾਈ ਦੁੱਧ ਪਲਾਇਆ। ਗਹਿਣੇ ਵੀ ਵੇਚ ਦਿੱਤੇ, ਘਰ ਦੀ ਰਜਿਸਟਰੀ ਜਗ੍ਹਾ ਵੀ ਵੇਚ ਦਿੱਤੀ, ਜੋ ਕੁਛ ਹੈਗਾ ਸੀ ਸਾਰਾ ਹੀ ਦਾਅ ਤੇ ਲਾ ਦਿੱਤਾ। ਤੇ ਲਾ ਕੇ ਪੁੰਨ ਭਲਾ ਕਿਹੜਾ ਕਮਾਇਆ? ਸਾਹਿਬਜ਼ਾਦਿਆਂ ਨੂੰ ਤੇ ਮਾਂ ਗੁਜਰੀ ਨੂੰ 3 ਰਾਤ ਦੁੱਧ ਪਿਲਾਉਣ ਦੀ ਤੇ ਗਰਮ ਜਲ ਦੀ ਸੇਵਾ ਕੀਤੀ। ਤੇ ਸੰਗਤ ਜੀ ਫਿਰ ਪੇਸ਼ੀ ਹੁੰਦੀ, ਤੁਹਾਨੂੰ ਪਤਾ ਹੈ ਪੇਸ਼ੀ ਹੁੰਦੀ ਹੈ ਪਹਿਲਾਂ 10 ਵਜੇ ਤੋਂ 11 ਵਜੇ ਤੱਕ। ਬੱਚਿਆਂ ਨੂੰ ਠੰਡੇ ਬੁਰਜ 'ਚ ਲਿਆਂਦਾ ਜਾਂਦਾ। ਦੂਜੀ ਪੇਸ਼ੀ ਉਸੇ ਦਿਨ ਫਿਰ ਆਰੰਭ ਕੀਤੀ ਜਾਂਦੀ 11 ਪੋਹ। ਉਹ ਪੇਸ਼ੀ ਤੋਂ ਪਹਿਲਾਂ 3 ਦੁਕਾਨਾਂ ਲਾਈਆਂ ਜਾਂਦੀਆਂ, ਮਠਿਆਈ ਦੀ, ਖਿਡੌਣਿਆਂ ਦੀ ਤੇ ਸ਼ਸਤਰਾਂ ਦੀ। ਕਿ ਭੁੱਖੇ ਬੜੇ ਦਿਨਾਂ ਦੇ ਨੇ, ਜਾਂ ਮਠਿਆਈ ਨੂੰ ਪਹਿਣਗੇ ਜਾਂ ਖਿਡੌਣਿਆਂ ਨੂੰ ਪਹਿਣਗੇ। ਜਦੋਂ ਬੱਚੇ ਤੁਰੇ ਆਉਂਦੇ ਨੇ, ਹੱਥ ਘੜੀਆਂ ਬੇੜੀਆਂ ਨਹੀਂ ਲੱਗੀਆਂ ਨੇ, ਬੱਚੇ ਆਉਣਗੇ ਤੁਰੇ ਆਉਣਗੇ, ਮਠਿਆਈ ਨੂੰ ਫੜਨਗੇ। ਸਾਹਿਬਜ਼ਾਦਿਆਂ ਨੇ ਜਿਹੜੇ ਸ਼ਸਤਰ ਰੱਖੇ ਹੋਏ ਸੀ ਉਹਨਾਂ ਦੀਆਂ ਮੁੱਠਾਂ ਨੂੰ ਫੜ ਲਿਆ, ਪੇਸ਼ ਨਾ ਚੱਲੀ। ਆਉਂਦਿਆਂ ਦਰਵਾਜ਼ਾ ਵੱਡਾ ਬੰਦ ਕੀਤਾ ਕਿ ਜਦੋਂ ਸਿਰ ਝੁਕਾਉਣਗੇ ਅਸੀਂ ਤਾੜੀਆਂ ਮਾਰਾਂਗੇ ਕਿ ਗੁਰੂ ਗੋਬਿੰਦ ਸਿੰਘ ਦੇ ਲਾਲ ਝੁਕੇ ਨੇ। ਸਾਹਿਬਜ਼ਾਦਿਆਂ ਨੇ ਜੁੱਤੀ ਵਾਲਾ ਪੈਰ ਕੀਤਾ ਅੱਗੇ। ਜਿਨ੍ਹਾਂ ਨੇ ਤਾੜੀਆਂ ਮਾਰਨੀਆਂ ਸੀ ਉਹਨਾਂ ਦੀ ਧੌਣ ਤਾਂ ਨਹੀਂ ਹੁੰਦੀ ਹੈ ਸੰਗਤ ਜੀ। ਆਉਂਦਿਆਂ ਹੀ ਜਕਾਰਾ ਛੱਡਿਆ। ਸੁੱਚੇ ਨੰਦ ਨੇ ਕਿਹਾ, ਉਹ ਬੱਚਿਓ, ਇਹ ਤੁਹਾਡਾ ਆਨੰਦਪੁਰ ਨਹੀਂ, ਇਹ ਸਮਰਾਟ ਬਾਦਸ਼ਾਹ ਔਰੰਗਜ਼ੇਬ ਦੇ ਵਜ਼ੀਰ ਸੂਬੇ ਖਾਨ ਦੀ ਇਹ ਸਭਾ ਹੈ। ਇੱਥੇ ਤੁਹਾਨੂੰ ਅੱਲਾਹੂ ਅਕਬਰ ਕਹਿਣਾ ਪਏਗਾ ਜਾਂ ਤੁਹਾਨੂੰ ਬਿਸਮਿਲ੍ਲਾ ਰਹਿਮਾਨੁ ਰਹੀਮ ਕਹਿਣਾ ਪਏਗਾ। ਇੱਥੇ ਜਕਾਰਾ ਨਹੀਂ ਛੱਡਿਆ ਜਾਣਾ, ਫਤਿਹ ਨਹੀਂ ਬੁਲਾਈ ਜਾਣੀ ਹੈ। ਸਾਹਿਬਜ਼ਾਦੇ ਆਖਣ ਲੱਗੇ, ਸਾਡੇ ਵਾਸਤੇ ਤੇ ਫਤਿਹ ਹੀ ਸਭ ਕੁਝ ਹੈ। ਬਸ ਅਗਲਾ ਦਿਨ ਆਉਂਦਾ, ਫਿਰ ਰਾਤ ਉੱਥੇ ਕੱਲਿਆ ਜਾਂਦਾ। ਅਗਲੇ ਦਿਨ 12 ਪੋਹ ਨੂੰ ਪੇਸ਼ੀ ਹੁੰਦੀ ਹੈ। ਪੇਸ਼ੀ ਤੋਂ ਬਾਅਦ ਬੱਚਿਆਂ ਨੂੰ ਸਖਤ ਸਜ਼ਾ ਦਿੱਤੀ ਜਾਂਦੀ ਹੈ, ਗੁਲੇਲੇ ਨਾਲ ਗੀਟੇ ਮਾਰੇ ਜਾਂਦੇ ਨੇ। ਫਿਰ ਸ਼ਮਕਾਂ, ਤੂਤ ਦੀਆਂ ਸ਼ਮਕਾਂ, ਪਤਲੀਆਂ ਪਤਲੀਆਂ ਕੋਮਲ ਜਿੰਦਾਂ ਸੀ ਸੰਗਤ ਜੀ, ਉਹ ਜਦੋਂ ਵੱਜਦੀਆਂ ਮਾਸ ਤਾਂ ਫੁੱਟਦਾ ਵੈ। ਸਾਰੇ ਸਰੀਰ ਤੇ ਪਈਆਂ ਹੋਈਆਂ ਨੇ।
नहीं कुछ बनिया ते हथ ते पलीतियां बनिया ने, हत्थां नूं वो अग ला के साड़िया गया वै। बड़े तसीहे दिते गए। बाबा फतेह सिंह दी सज्जी अख चोगी है गीटे नाल, एक नाल हथ फड़िया होया। संगत जी ध्यान रखो, कदी देखो अपने बच्चियां नूं दसो। ते फतेह सिंह नूं पुछिया हुण दीन इलाही धर्म मंजूर करोगे, मनोगे साडा धर्म? अख चो रही है। अगों फतेह सिंह ने सिर हिला के कहा नहीं असी नहीं मनना है। कलिया गया ठंडे। अज वो दिन आ गया 13 पोह दा दिन। संगत जी आ समा जिहड़ा लंघ चुका है। बाबा जोरावर सिंह जी नूं, बाबा फतेह सिंह जी नूं चौंक च ले आंदा गया, बाजार दे विच ले आंदा गया, जिथे कोई जलाद नहीं मनदा, क्योंकि समाणे दे 2 जलाद सी, छाछल बाछल बेग। इन्हां दा कोई मुकदमा चलदा सी। ये मन्ने ने फिर कि बच्चियां नूं को के हलाल करना है। फिर जदों कंध डिगदी है तो छाछल बाछल बेग इन्हां दी छाती ते अपना गोडा रखदा है। ते संगत जी सब तो पहला बाबा जोरावर सिंह दी साह रग नाड़ी कट्टी जाती। पहला छुरे मारे ने पेट दे अंदर, काफ़ी छुरे मारे ने साहबजादियां दे, जान नहीं सी निकल रही। फिर इन्हां ने साह रग नाड़ी वड्डी है ते बाबा जोरावर सिंह ते उसे समय शहीद हो गए ने। इतिहास लिखदा है कि 12.5 मिनट बाद जदों बाबा फतेह सिंह दी साह रग नाड़ी वड्डी है, 12.5 मिनट लगे ने। बाबा फतेह सिंह जी पैर हिलाउंदे रहे, तड़फदे रहे ने। संगत जी फिर आ समा आ दिन बन गया 13 पोह दा, जिस दिन लखते जिगर पातशाह गुरु गोबिंद सिंह महाराज जी दे शहीदियां पा जाते। धन ने मेरे गरीब नवाज सतगुरु जी साहबजादे पिता तुहारा, गढ़ चमकौर घिर मह गहमारा, तह तुमरे दे प्रांत पहारे, संगी सिंह सकल मोतारे। बड़ा कुछ किया, तुहाडे पिता नूं मार दिता गया, तुहाडे पिता नूं कतल कर दिता गया। अगों फतेह सिंह ने कहा ओ वजीद खां, दुनिया दा कोई इहो जिहा हथियार नहीं कि साडे पिता दे शरीर नूं भी छू सके, कोई नहीं है। धन गुरु गोबिंद सिंह साहब महाराज जी जिन्हां दे लगते जिगर बाबा जोरावर सिंह, बाबा फतेह सिंह जी दा अज शहीदी दिहाड़ा है। अज तो 6 दिन बाद धन बाबा मोती राम जी मेहरा, जिन्हां दा पिता बाबा हरा सिंह आनंदपुर साहब किले नूं घेरा पैण विच सब तो पहला शहीदी ओहदी होई है। उस तो बाद जिथे सरबंसदानी असी 10वें पातशाह नूं कहने आ ना, सच संगत जी उत्थे बाबा मोती राम मेहरे दा परिवार भी सरबंसदानी है। 7 साल दा नारायणा ते 38 साल दी इहदी घरवाली बीबी भोई जां भोली जी, ते संगत जी 75 साल दी इहदी माता लद्धो जी, ते 45 साल दा आप बाबा मोती राम जी। इन्हां 4 जाणियां नूं कोलू च पीड़ के संगत जी फिर शहीद किया गया सी। धन ने वो सिख जेड़े गुरु दे मार्ग ते चलते ने। अज साहबजादियां दी शहीदी है संगत जी। लाड़ी मौत ने ना फर्क आउण दिता, चहूं वीरां दे गूढ़े प्यार अंदर तकदा रिया बापू कच्चे किले अंदरों, किन्ना बल है निक्की तलवार अंदर, किन्नियां खादियां सट्टां अजीत सिंह ने, किन्ने खुबे ने तीर जुझार अंदर। दादी तकिया बुरज दी झीत विचों, फुल लुक गए ने इट्टां दे पार अंदर। अरशों दादे शहीद ने झात पाई, किन्ना सिदक है मेरे इस परिवार अंदर। जूझे किस तरह धर्म तो साहबजादे, 2 मैदान अंदर ते 2 दीवार अंदर। ये लशानी शहीदी है साहबजादियां दी ते बाबा मोती राम जी दे परिवार दी। करन सतगुरु जी कृपा, जिन्ना समा सी तुहाडे वल्लों संगत जी कोई 5-7 मिनट ऊपर गए आ, माफ़ी मंगते हैं क्योंकि इतिहास से थोड़ा चित किया कि आप जी नूं सुनाया जाए। करन गरीब नवाज एक कल परसों रिकॉर्डिंग आएगी नवीं बाबा मोती राम जी, तो वो तुसीं सरवण करियो। मैं कोशिश की है पूरा इतिहास दसन दी। एक रंगरेटे गुरु के बेटे बाबा जीवन सिंह जी का पूरा इतिहास, क्योंकि इतिहास विच बड़ी मिलावट की गई है। माफ़ी दिओ संगत जी, क्योंकि असीं दसना नहीं चाहुंदे हाँ
कि कोई छोटी जात वाला बंदा एडा वड्डा काम कर सकता है। वो छोटी जात है जिन्होंने नवीन समझिया जाता है। पर मैं कहना दुनिया का सब तो पहला पुत्र बाजां वाले दा रंग रेटा गुरु का बेटा सी। सब तो पहला छाती नाल लाया सी ते बाबा जैता जी नूं लाया सी। पर मेरे पढ़न के मुताबिक जे कलगी तोड़ा दिता है तो वह भी बाबा जैता जी नूं दिता है। संगत सिंह दा कोई नाम दा बंदा नहीं। पर फर्क ये है कि उत्थे है मजबी सिंह है। कारण ये है साडा हुण एक अमीर बंदा आखे कि अपनी कलगी ला के ते किसी नवीन जात वाले नूं दे दो, मिलावट कर दी इतिहास में। ते गुरु तेग बहादुर साहब दा सीस कट्टन लग्या सी, कहने नेरी आ गई जी, वो बड़ी हवा आ गई, बदल लिश गया, उत्थे घट्टा ही घट्टा हो गया। दिल्ली विच सब तो साफ सुथरा चौंक सी ते वो चांदनी चौंक सी। घट्टे दी की मजाल सी कि उत्थे घट्टा एक किणका मात्र भी हो जाता, जिथे औरंगजेब ने बैठना होए कि उत्थे घट्टा होएगा। पर दसना नहीं चाहते उस गुरु तेग बहादुर साहब जी की जगह ते सीस भाई जैता जी ने अपने प्यो का वढ़ के रखिया। वो मैं सारा ही पेश किया, उसकी रिकॉर्डिंग नवे साल में आएगी, जिदा मुख भाव होएगा रंग रेटा गुरु का बेटा। वो तुसी सरवण करियो संगत जी। पूरी कोशिश की है दसन की कि जड़ा रकाबगंज है ये भी इनू भी मटा के रख दिता। असल में बाबा जीवन सिंह का घर सी। रकाब दा अर्थ हुंदा जिथे रकाबां बनदियां। गंज फारसी का शब्द है, गंज दा अर्थ हुंदा खजाना। तुसी कहंदे हो ना शहीद गंज, आ गुरद्वारा साहब शहीद गंज, इहदा मतलब की है? इत्थे वो खजाना वै जिथे महाबली सूरमियां दा सिर लगा होया। उन्होंने आखदे ने शहीद, दोवें शब्द फारसी दे ने। पर मेरे कुरान पढ़न के मुताबिक, बस मैं समाप्ति कर लगा, मैं कुरान का जो मतलब किया संगत जी, सारी कुरान पढ़ी मैं, वो किते शहीद शब्द नहीं आया है। उहदे विच जां कलमा आया ते जां शहादत आया है। सिर्फ एक हदीस है उहदे विच जरूर शहीद शब्द आया है, कुरान च किते शब्द नहीं आया है। ते गुरु ग्रंथ साहब विच 2 बारी शहीद शब्द आया है। एक बारी गुरु नानक साहब ने नाम लिया है ते संगत जी एक बारी बाबा रविदास साहब ने शहीद शब्द वरते, सिर्फ 2 बारी, उस तो बाद नहीं आया है। ते जिन्हां दा शब्द सी कुरान दा फारसी दा एक बारी नहीं वरते। पर जिहड़े शहीद हो गए उन्हां दे नाम दा खजाना अज भी साडे कोल है। सो करन सतगुरु जी किरपा, महरहमत करन संगत जी। जिन्ना समा तुसी विछड़ी जीव आत्मा साडे अति सत्कारयोग साडे बापू जी, क्योंकि इन्हां दी भी सिफत कर लीए जिन्नी उन्नी थोड़ी है। ये सरवण पुत्र सी, क्योंकि सिफत जदों भोग सी मैनूं आउण उदों भी आउण दा समा मिलिया, क्योंकि चलो घर वालियां ते सिफत करनी हुंदी है। सिफत वो हुंदी है जिहड़ी संगत करे। जिहड़ी सिफत कीती संगत ने बापू जी हुणां दी, वो बा कमाल सी। संगत गवाही भरदी है साडे गुणां दी ते साडे औगणां दी। जिस तरह के गुण इकट्ठे करांगे तुसी गवाही देनी है। उदों फिर धर्मराज परमात्मा साडा लेखा जोखा क्लीयर करी जांदा है। धर्मराय दर कागद फारे जन नानक लेखा समझा। सो बड़ी पूजनीक रूह सी साडे बापू जी। करन सतगुरु जी किरपा, विछड़ी जीवात्मा दिन में संगत जी जुड़े हाँ, सतगुरु किरपा करन। सो आओ हुण आनंद साहब जी का या बाबा जी नूं बेनती है तुसी करो, मेरा कोई गला इजाजत नहीं दे रहा है। गुरु साहब ने किरपा की है कि तुहाडे नाल थोड़ा बहुता चलो कथा विचार कर लिया, कीर्तन कर लिया। संगत जी थोड़ी तबीयत खराब है तो थोड़ा बोलना थोड़ा कठिन है, क्योंकि जे मैं ना आउंदा फिर तुसी कहना सी कि हो सकता खारे वाले नूं कितों वध माया मिल गई होएगी। एक जगह मैं जाना सी, भैणी मियाँ खां जाना सी प्रोग्राम ते। उधर भी मेरी थोड़ी तबीयत, हुण तबीयत ठीक होएगी तो कुछ सुनावांगे। जे सेहत ही ना ठीक होई तो संगत जी बहना भी थोड़ा औखा हो जाता शरीर नूं। चलो ठीक है, तुहाडा बड़ा प्यार है, पर शरीर दे नाल ही सब कुछ है। वो कमेटी ने झट लाइव हो के ना फेसबुक ते वो नाले पिंड दा नाम नाले मेरा नाम कि रणजीत सिंह नूं सद्दिया सी खारे वाले नूं। देखो साडा प्रोग्राम सी,
ਆਪਾਂ ਉਹਦੇ ਨਾਲ ਇੰਨੀ ਭੇਟਾ ਕੀਤੀ ਸੀ, ਹੋ ਸਕਦਾ ਇਹਨੂੰ ਵੱਧ ਮਾਇਆ ਮਿਲ ਗਈ ਹੋਏਗੀ। ਉਹ ਥੱਲੇ ਕਮੈਂਟਾਂ ਵਾਲਿਆਂ ਨੇਰ ਬਣ ਦਿੱਤਾ, ਵਾਕਈ ਇਹ ਇੰਨੀ ਭੇਟਾ ਲੈਂਦੇ ਨੇ। ਤੁਸੀਂ ਦੇਖਿਆ ਨਾ ਫੇਸਬੁੱਕ ਤੇ ਕਿਸੇ ਨੇ 31,000 ਪਾਇਆ ਹੁੰਦਾ, ਕਿਸੇ ਨੇ 41,000 ਪਾਇਆ ਹੁੰਦਾ ਕਿ ਬਾਬਾ ਜੀ ਇੰਨੀ ਭੇਟਾ ਲੈਂਦੇ ਫਿਰ ਆਉਂਦੇ ਨੇ। ਤੁਹਾਡੇ ਪਿੰਡ ਵੀ ਆਉਂਦੇ ਰਹੀਦਾ, ਤੁਸੀਂ ਪਰਿਵਾਰ ਨੇ ਹੁਣ ਵੀ ਥੋੜ੍ਹੇ ਦਿਨ ਪਹਿਲਾਂ ਸੱਦਿਆ ਸੀ ਬਾਬਾ ਦਲੀਪ ਸਿੰਘ ਜੀ ਜਿੱਦਣ ਚੜ੍ਹਾਈ ਕੀਤੀ ਅਸੀਂ ਭੋਗ ਤੇ ਆਏ ਸੀ ਕੀਰਤਨ ਕਰਨ। ਅੱਜ ਤੱਕ ਮੈਂ ਕਿਸੇ ਨੂੰ ਮਾਇਆ ਹੀ ਨਹੀਂ ਆਖੀ ਸੰਗਤ ਜੀ ਮੈਂ ਇੰਨੇ 1000 ਰੁਪਈਆ ਲੈਣਾ ਹੈ। ਮਹਾਰਾਜ ਜੀ ਦੀ ਹਜ਼ੂਰੀ ਹੈ, ਕਦੀ ਨਹੀਂ ਕਿਸੇ ਨੂੰ ਕਿਹਾ ਆ ਮੈਂ ਫੌਰਨ ਵੀ ਜਾਣਾ ਨਹੀਂ ਤੇ ਅਕਾਊਂਟ ਵਿੱਚ ਮਾਇਆ ਆਉਂਦੀ ਹੈ ਪਹਿਲਾਂ, ਕਦੀ ਨਹੀਂ ਕਿਸੇ ਨੂੰ ਕਿਹਾ। ਉਹ ਫਿਰ ਥੱਲੇ ਕਮੈਂਟ ਵਾਲੇ ਬੜਾ ਨੇਰ ਬਣਦੇ ਨੇ ਕਿ ਇੰਨੇ ਪੈਸੇ ਲੈਂਦਾ ਖਾਰੇ ਵਾਲਾ, ਫਿਰ ਕੀਰਤਨ ਕਰਨ ਆਉਂਦਾ ਜੀ, ਲੋਕਾਂ ਨੂੰ ਕਥਾ ਸੁਣਾਉਂਦੇ ਨੇ, ਆਪ ਤੇ ਇੰਨੀ ਮਾਇਆ ਲੈਂਦੇ ਨੇ ਫਿਰ ਆਉਂਦੇ ਨੇ ਸੰਗਤ ਜੀ। ਨਹੀਂ, ਕਿਸੇ ਸਮੇਂ ਕੋਈ ਪ੍ਰੋਬਲਮ ਵੀ ਪੈ ਜਾਂਦੀ ਹੈ, ਸਰੀਰ ਦੀ ਪ੍ਰੋਬਲਮ ਵੀ, ਕੋਈ ਘਰ ਦੀ ਮਜਬੂਰੀ ਵੀ ਬਣ ਜਾਂਦੀ ਹੈ, ਨਹੀਂ ਆਇਆ ਜਾਂਦਾ ਹੈ। ਪਰ ਤੁਹਾਡਾ ਪਿਆਰ ਜਿੰਨਾ ਕੁ ਸਮਾਂ ਗੁਰੂ ਸਾਹਿਬ ਨੇ ਬਖਸ਼ਿਆ, ਸੋ ਸਤਿਗੁਰੂ ਜੀ ਕਿਰਪਾ ਕਰਨ। ਆਪ ਹੀ ਸਤਿਗੁਰੂ ਨੇ ਬੁਲਾਇਆ, ਇਹ ਸਾਹਿਬਜ਼ਾਦਿਆਂ ਨੇ ਕਿਰਪਾ ਕੀਤੀ ਹੈ। ਉਹ ਵਰਤੇ ਨੇ ਸ਼ਹੀਦ ਸਿੰਘ ਤੇ ਆਪ ਉਹਨਾਂ ਸ਼ਹੀਦ ਸਿੰਘਾਂ ਨੇ ਕਿਰਪਾ ਕਰਕੇ ਕੁਝ ਸਮਾਂ ਆਪ ਜੀ ਨਾਲ ਜੋੜਿਆ। ਸੰਗਤ ਜੀ ਮਾਫੀ ਦਿਓ, ਬਾਤ ਘੱਟ ਹੋ ਗਈ ਹੋਈ ਰਸਨਾ ਤੋਂ, ਤੁਸੀਂ ਬਖਸ਼ਣਯੋਗ ਹੋ, ਗੁਰੂ ਗ੍ਰੰਥ ਸਾਹਿਬ ਜੀ ਬਖਸ਼ਣਯੋਗ ਨੇ। ਧੰਨਵਾਦ ਹੈ ਗੁਰੂ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬਾਨਾਂ ਦਾ, ਜਿਨ੍ਹਾਂ ਨੇ ਸੰਗਤ ਦੇ ਦਰਸ਼ਨ ਕਰਵਾਏ ਨੇ, ਪਹਿਲਾਂ ਵੀ ਕਰਵਾਉਂਦੇ ਨੇ, ਹੁਣ ਵੀ ਕਰਵਾਏ ਨੇ। ਗੁਰੂ ਸਾਹਿਬ ਇਹਨਾਂ ਤੇ ਵੀ ਕਿਰਪਾ ਰੱਖਣ। ਪਰਿਵਾਰ ਦੇ ਸਿਰ ਤੇ ਵੀ ਦੇਸਾਂ ਪ੍ਰਦੇਸਾਂ ਵਿੱਚ ਬੱਚੇ ਨੇ, ਮਹਾਰਾਜ ਜੀ ਕਿਰਪਾ ਕਰਿਓ ਜੀ। ਫਤਿਹ ਬੁਲਾਓ ਆਖੋ ਸੰਗਤ ਜੀ। ਵਾਹਿਗੁਰੂ ਜੀ ਕਾ ਖਾਲਸਾ